अस्सलाम वालेकुम। प्रोग्राम जुर्म अंजाम के साथ मैं हूं मुजाहिद शेख। नाज़रीन, सरहदी इलाकों में कत्ल की वारदातें आज भी उसी शिद्दत से जारी हैं, जहां दरीना दुश्मनी, जमीन के तनाज़ात और पुराने झगड़े आए रोज किसी न किसी बेगुनाह की जान ले लेते हैं। ऐसे ही माहौल में बाटापुर पुलिस स्टेशन की हदूद में वसीम गांव से एक अंधे कत्ल की खबर सामने आती है। जब सुबह खेती बाड़ी के लिए जाने वाले लोगों को खेतों में एक शख्स की खून आलूद लाश मिलती है। पुलिस मौके पर पहुंचती है तो मालूम होता है कि मकतूल असलम उर्फ बाऊ, जो इसी गांव का रिहायशी और साबिक एमएनए बरजीज ताहिर का घरेलू ड्राइवर था, जबकि ये वही इलाका था जहां सूबाई वजीर बैतुल माल सुहेल शौकत भट्ट की रिहाइशगाह भी मौजूद है, जिससे केस की हसासियत मजीद बढ़ जाती है। बगैर गवाह और बगैर किसी वाज़ेह सुराग के शुरू होने वाली ये तफ्तीश इन्वेस्टिगेशन पुलिस के लिए एक मुश्किल चैलेंज थी, मगर चंद ही घंटों में शवाहिद ने रुख बदल दिया और मालूम हुआ कि ये कत्ल किसी सियासी दुश्मनी या बड़ी साजिश का नतीजा नहीं, बल्कि जाती रंजिश पर अंधे हो चुके उसी गांव के एक नौजवान ने छुरियों के वार से किया। आज जुर्म अंजाम में हम आपको दिखाएंगे कि पुलिस ने इस अंधे कत्ल की गुत्थी कैसे सुलझाई और कातिल तक पहुंचने के लिए कौन से शवाहिद इस खौफनाक वारदात का राज खोलते हैं। प्रोग्राम के आगाज़ में जिस तरह से हमने जिक्र किया कि लाहौर के सरहदी इलाकों में ज़ाती अनात पर, कोई दरीना दुश्मनी पर, ख़ानदानी जो पुरानी दुश्मनी है उसकी बुनियाद पर जो कत्ल की वारदातें हैं सरहदी इलाकों की जो हदूद है वहाँ पर होती रहती हैं। इसी तरह से बाटापुर पुलिस स्टेशन की हदूद में एक कत्ल की वारदात होती है, जिसमें साबिक एमएनए बरजीज ताहिर के ज़ाती जो घरेलू ड्राइवर थे उनको कत्ल कर दिया गया। अब उसके करीबी अजीज़ और उसकी बेवा हमारे साथ मौजूद हैं, जो इस मुकदमे की मुद्दइया भी हैं। पुलिस ने पुलिस ने मुलजिम को तो गिरफ़्तार कर लिया। ये मामला है क्या, ये सब कुछ आपको सुनवाते हैं जो लवाकिन हैं मकतूल के, उनकी ज़ुबानी। भाई तुहाडा की नाम है? मेरा नाम सर राणा वकार है। वकार साहब जी जी। ਤੁਸੀਂ ਕੀ ਲੱਗਦੇ ਸੋ ਅਸਲਮ? मैं भतीजा सर। ਭਤੀਜਾ ਸੋ। जी जी। ਅੱਛਾ ਦੱਸੋ ਕੀ ਹੋਇਆ ਸੀ, ਕਿਸ ਤਰ੍ਹਾਂ ਇਤਲਾਹ ਕੀ ਮਿਲੀ? ਸਰ ਉਹ ਸੁਬਹ ਮੈਂ ਦਫ਼ਤਰ ਚੱਲਣਾ ਰੂਟੀਨ ਦੇ ਜਿਵੇਂ ਜਾਈਦਾ ਤੇ ਉਹ ਮੈਂ ਘਰੋਂ ਇਹ ਨਿਕਲਣ ਲੱਗਾ ਵਾਂ, ਬਾਈਕ ਵਗੈਰਾ ਪਕੜੀਏ ਤੇ ਉਹ ਨਾ ਕੋਲ ਆਈ ਏ ਉਹ ਜਿਨ੍ਹਾਂ ਦੇ ਖੇਤ ਨੇ ਨਾ ਅਜ਼ਰ ਮਿਉਂ, ਉਹਨਾਂ ਦੇ ਭਤੀਜੇ ਦੀ ਇਜ਼ਹਾਰ ਦੀ ਮੈਨੂੰ ਕਾਲ ਆਈ ਹੈ ਕਿ ਭਈ ਨਿਰੰਜਨਾ ਆਈਡੀ ਕਾਰਡ ਪੁਲਿਸ ਆਈ ਹੈ, ਉਹਨਾਂ ਨੇ ਨਾ ਇੱਕ ਲਾਸ਼ ਪਈ ਹੈ ਤੇ ਉਹ ਆਈਡੀ ਕਾਰਡ ਤੇਰੇ ਚਾਚੂ ਦਾ, ਉਹਨਾਂ ਦੀ ਲਾਸ਼ ਤੇਰੇ ਚਾਚੂ ਦੀ ਉੱਥੇ ਡੈੱਡ ਬੋਡੀ ਪਈ ਹੈ। ਤੇ ਅਸੀਂ ਉੱਥੇ ਜਾ ਕੇ ਦੇਖਿਆ, ਜਦੋਂ ਆਈਡੀ ਕਾਰਡ ਚੈੱਕ ਕੀਤਾ ਸ਼ਕਲ ਤੇ ਨਹੀਂ ਪਛਾਣੀ ਜਾ ਰਹੀ ਸੀ। ਜਦੋਂ ਆਈਡੀ ਕਾਰਡ ਚੈੱਕ ਕੀਤਾ ਤੇ ਉਹ ਅਸਲਮ, ਚਾਚੂ ਅਸਲਮ ਸੀ ਉਰਫ ਬਾਊ ਦੇ ਨਾਮ ਤੋਂ ਸੀ। ਤੇ ਬਾਅਦ ਚੋਂ ਸ਼ੂਜ਼ ਵਗੈਰਾ ਦੇਖੇ ਨੇ, ਬੱਚਿਆਂ ਨੇ ਉਹਨਾਂ ਨੂੰ ਬੁਲਾਇਆ, ਬੇਟੇ ਨੇ ਵੀ ਨਹੀਂ ਪਛਾਣਿਆ। ਪਹਿਲਾਂ ਗਿਆ ਚੱਕਰ ਲਗਾਉਣ, ਜੈਸੇ ਖਬਰ ਸਾਰਿਆਂ ਨੂੰ ਫੈਲੀ ਹੈ ਨਾ, ਚਿਹਰਾ ਬਹੁਤ ਖਰਾਬ ਸੀ, ਕਾਫੀ ਖਰਾਬ ਸੀ, ਖੂਨਾ ਵੀ ਸੀ ਤੇ ਚਿਹਰੇ ਤੇ ਵੀ ਵਾਰ ਹੋਏ ਨੇ, ਪਿੱਛੇ ਸਿਰ ਤੇ ਵੀ ਵਾਰ ਹੋਏ ਸਨ। ਤੇ ਉਹ ਸ਼ੂਜ਼ਾਂ ਤੋਂ ਫਿਰ ਬੱਚਿਆਂ ਨੇ ਸ਼ਨਾਖਤੀ ਕਾਰਡ ਤੋਂ ਤੇ ਹੋ ਗਈ ਸੀ, ਫਿਰ ਉਹਦੇ ਕੱਪੜਿਆਂ ਤੋਂ, ਜੈਕਟਾਂ ਤੋਂ ਸਾਰਾ ਕੁਝ ਪਤਾ ਲੱਗਾ ਕਿ ਉਹੀ। ਅੱਛਾ, ਤੇ ਕੀ ਕਰਦੇ ਸਨ? ਸਰ ਪਹਿਲਾਂ ਤੇ ਉਹ ਪਿਕਅਪ ਚਲਾਉਂਦੇ ਹੁੰਦੇ ਸੀ, ਫਿਰ ਜਿਹੜੇ ਨੇ ਬਾਅਦ ਚੋਂ ਆਸਤਾ ਆਸਤਾ ਰਕਸ਼ਾ ਵੀ ਚਲਾਉਂਦੇ ਰਹੇ ਨੇ, ਪਿਕਅਪ ਚਲਾਉਂਦੇ ਰਹੇ ਨੇ। ਉਸ ਤੋਂ ਬਾਅਦ ਡਰਾਈਵਰੀ ਨਾ ਬਰਜੀਸ ਤਾਹਰ ਹੁਣ 5 ਸਾਲ ਤੋਂ ਤਕਰੀਬਨ ਉਹਨਾਂ ਦੇ ਨਾਲ ਨਾ ਐਮਐਨਏ ਆ ਬਰਜੀਸ ਤਾਹਰ, ਉਹਦੇ ਨਾਲ ਡਰਾਈਵਰੀ ਕਰਦੇ ਸੀ। ਉਹਦੇ ਘਰ ਇੱਥੇ ਡੀਐਚਏ ਦੇ 6 ਦੇ ਵਿੱਚ ਉਹਨਾਂ ਦੀ ਬਰਜੀਸ ਤਾਹਰ ਨਾਲ ਵੀ ਕਰਦੇ ਸੀ ਤੇ ਉਹਨਾਂ ਦੀ ਫੈਮਿਲੀ ਨਾਲ ਵੀ ਕਰਦੇ ਸੀ, ਬਤੌਰੇ ਡਰਾਈਵਰ ਕੰਮ ਕਰਦੇ ਸਨ। ਅੱਛਾ, ਤੇ ਕੀ ਹੋ ਸਕਦਾ ਹੈ, ਕੀ ਵਜ੍ਹਾ ਪਤਾ ਲੱਗੀ ਹੈ ਕਤਲ ਦੀ? ਸਰ ਵਜ੍ਹਾ ਐਡੀ ਕੋਈ ਖਾਸ ਨਹੀਂ ਪਤਾ ਲੱਗੀ। ਉਹ ਜਿਹੜਾ ਲੜਕਾ ਕਹਿੰਦੇ ਨੇ ਜੀ ਮੈਂ ਉੱਥੇ ਮੌਕੇ 'ਤੇ ਮੌਜੂਦ ਸਾਂ, ਦੇਖਿਆ ਨਾਮ ਦਾ ਜਲਾਇਆਂ ਦਾ ਲੜਕਾ ਹੈ, ਉੱਥੇ ਪਿੰਡ ਰਹਿੰਦੇ ਨੇ। ਉਹਨਾਂ ਦੀ ਵੈਸੇ ਵੀ ਰੈਪੂਟੇਸ਼ਨ ਜਿਹੜੀ ਇਹਨਾਂ ਪਿੰਡ ਦੇ ਵਿੱਚ ਮੁਲਜ਼ਮ ਦੀ ਤੇ ਨਹੀਂ ਐਡੀ, ਉਹ ਦੂਸਰਾ ਜਿਹੜੇ ਲੜਕੇ ਨੇ ਦੇਖਿਆ ਮੁਲਜ਼ਮ ਦੀ ਵੀ ਜਿਹੜੀ ਹੈ ਨਾ ਉਹ ਵਗੈਰਾ ਪੀਣੀ, ਲੜਾਈਆਂ ਝਗੜੇ, ਮਨਸ਼ਾਤ ਜਿਹੜੀ ਹੈ ਨਾ ਸਰ ਉਹ ਯੂਜ਼ ਕਰਦਾ ਸੀ। ਠੀਕ ਹੈ। ਤੇ ਉਹ ਉੱਥੇ ਉਹਨਾਂ ਦੇ ਕੋਲ ਵੀ ਬੈਠਦਾ ਵਗੈਰਾ ਸੀ। ਤੇ ਇਹ ਮਤਲਬ ਕਿ ਨਾ ਉਹਨੂੰ ਇਹ 1 2 4 ਲੜਕੇ ਸਨ ਜਿਨ੍ਹਾਂ ਨੂੰ ਇਹਨੇ ਬੇਟਿਆਂ ਕੋਲ ਰੱਖਿਆ ਸੀ। ਇਹਦੇ ਕੋਲ ਹਵੇਲੀ ਇਹਨੇ ਬਣਾਈ ਸੀ, ਬਾਹਰ ਡੰਗਰ ਵਗੈਰਾ ਰੱਖੇ 2 4, ਉਹ ਉੱਥੇ ਨਾ ਇਹਦੇ ਕੋਲ ਆ ਕੇ ਬੈਠ ਜਾਂਦੇ ਸੀ।
ਤੇ ਇਹਨਾਂ ਨੂੰ ਇਹ ਉਹਨਾਂ ਦਾ ਨਾ ਕੰਮ ਸੀ ਜਿਵੇਂ ਤਲਕ ਬੇਸ ਤੇ ਕੋਈ ਜਿਵੇਂ ਐਮਐਨਏ ਨਾ ਹੁੰਦਾ ਸੀ, ਕਿਸੇ ਨੇ ਕਹਿ ਦਿੱਤਾ ਜੀ ਮੈਨੂੰ ਕਿਤੇ ਲਗਵਾ ਦੇ, ਮੈਂ ਵਿਹਲਾ ਵਾਂ, ਕਿਸੇ ਨੂੰ ਕਿਸੇ ਕੋਠੀ ਤੇ ਲਗਵਾ ਦਿੱਤਾ, ਕਿਸੇ ਨੂੰ ਕਿਤੇ ਲਗਵਾ, ਇੰਝ ਦਾ ਮਤਲਬ ਕਿ ਉਹਨਾਂ ਦਾ ਨਾ ਮਹੱਲੇ ਵਿੱਚ ਵੀ ਅੱਛਾ ਸੀ। ਤੇ ਇਹਨਾਂ ਨੂੰ ਉਹਨੇ ਨਾ ਕੋਈ 1.5-2 ਲੱਖ ਲਾ ਕੇ ਤੇ ਪਿੰਡ ਦੇ ਵਿੱਚ ਹੋਟਲ ਵੀ ਪਾ ਕੇ ਦਿੱਤਾ ਇਹਨੂੰ ਤੇ ਅਸਲਮ ਮਾਈਏ ਨੂੰ, ਉਮਰ ਨੂੰ, ਇਹਨੂੰ ਦੋਵਾਂ ਨੂੰ ਨਾ ਇੱਥੇ ਹੋਟਲ ਇਹਨਾਂ ਨੇ ਕੀ ਨਾਂ ਇਹਨਾਂ ਦੇ ਮਹੱਲੇ ਹੀ ਤਕਰੀਬਨ ਇਹਨਾਂ ਨੂੰ ਬੇਟਿਆਂ ਕੋਲ ਰੱਖਿਆ ਸੀ। ਕੋਈ ਵੈਸੇ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ, ਅੱਛੇ ਤਰੀਕੇ ਨਾਲ ਰਹਿ ਰਹੇ ਨੇ। ਹੁਣ ਪਰਸਨਲ ਇਹਨਾਂ ਦੀ ਕੀ ਦਾਵਤ ਸੀ, ਕੀ ਮਾਮਲਾ ਸੀ, ਦੀ ਬੇਦਰਦੀ ਨਾਲ ਖੰਜਰ ਮਾਰ ਕੇ ਕੀਤਾ ਇਹਨਾਂ ਨੂੰ। ਰੋਜ਼ਾਨਾ ਘਰੋਂ ਫਿਰ ਰੂਟੀਨ ਨਾਲ ਬੁਲਾਉਣ ਵੀ ਆਉਂਦੇ ਸੀ। ਅੱਛਾ, ਆ ਗਿਆ, ਕਦੀ ਮਾਈਆ ਆ ਗਿਆ, ਕਦੀ 2-4 ਦੋਸਤ ਹੋਰ ਨੇ ਉਹ ਆ ਗਏ। ਇਹਦੇ ਕੋਲ ਤਕਰੀਬਨ ਇਹਨੂੰ ਇਹਦਾ ਵੇਟ ਕਰਦੇ ਰਹਿੰਦੇ ਹੁੰਦੇ ਸੀ। ਕੋਈ ਇਹਦਾ ਟਾਈਮ ਹੁੰਦਾ ਸੀ ਸਵੇਰ 8 ਵਜੇ ਨਿਕਲ ਜਾਣਾ, ਕਦੀ 8 ਵਜੇ ਆ ਗਿਆ ਸ਼ਾਮ ਨੂੰ, ਕਦੀ 10 ਵਜੇ ਆ ਗਿਆ। ਇਹਦੇ ਕੋਲ ਨਾ ਬੈਠ ਕੇ ਸਾਰਿਆਂ ਜਾਣਾ ਹੈ, ਜੋ ਵੀ ਅਗਰ ਕੋਈ ਇਹਨਾਂ ਨੂੰ ਕੋਈ ਘਰ ਪੈਸਿਆਂ ਦੀ ਜ਼ਰੂਰਤ ਹੈ ਉਹ ਵੀ ਇਹਨਾਂ ਦੀ ਪੂਰੀ ਕਰਦਾ ਹੁੰਦਾ ਸੀ। ਠੀਕ ਹੈ। ਅੱਛਾ, ਇਹ ਦੱਸੋ ਕਿ ਦੁਸ਼ਮਣੀ ਵੀ ਕੋਈ ਨਹੀਂ ਸੀ, ਅਦਾਵਤ ਵੀ ਕੋਈ ਨਹੀਂ ਸੀ, ਤੇ ਮੁਲਜ਼ਮ ਫੜਿਆ ਕਿਸ ਤਰ੍ਹਾਂ ਗਿਆ? ਕਤਲ ਕਰਨ ਤੋਂ ਬਾਅਦ ਇਹ ਭੱਜ ਗਿਆ ਸੀ? ਸਰ ਇਹ ਨਾ ਇਹਦਾ ਛੋਟਾ ਭਾਈ ਸਾਡੀ ਦੁਕਾਨ 'ਤੇ ਹੀ ਹੁੰਦਾ, ਸਾਹਮਣੇ ਨਾ ਸਾਡੀ ਬਾਟਾ ਥਾਣੇ ਦੇ ਸਾਹਮਣੇ ਦੁਕਾਨ ਹੈ ਸਪੇਅਰ ਪਾਰਟ ਦੀ ਤੇ ਮੋਟਰਸਾਈਕਲ ਮਕੈਨਿਕ ਦੀ। ਇਹਨਾਂ ਦਾ ਉਹਦੇ ਛੋਟੇ ਭਰਾ ਵੀ ਇਹਨਾਂ ਦੇ ਘਰ, ਇਹਦਾ ਨਾ ਵਾਲਦ ਫੌਤ ਹੋ ਗਿਆ, ਉਹ ਵੀ ਪੀਂਦਾ ਸੀ, ਨਸ਼ਾ ਕਰਦਾ ਸੀ। ਉਹ ਛੋਟਾ ਭਾਈ ਵੀ ਇਹਦਾ ਛੋਟਾ ਭਾਈ ਸਾਡੀ ਦੁਕਾਨ 'ਤੇ ਹੁੰਦਾ ਸੀ। ਉਹ ਕੋਈ ਬਾਈਕ ਖੜਨੀ ਹੈ ਜਾਂ ਕੋਈ ਪੈਸਾ ਚਾਹੀਦਾ ਉਹਦੇ ਕੋਲ ਲੈ ਜਾਂਦੇ ਸੀ। ਉਹ ਨਾ ਇਹਨੇ ਹੀ ਫਿਰ ਉਹਨੂੰ ਵੀ ਦੱਸਿਆ ਕਿ ਜੀ ਇੰਝ ਤੇਰਾ ਨਾ ਚਾਚਾ ਫੌਤ ਹੋ ਗਿਆ, ਪਿੰਡ 'ਚ ਖਬਰ ਫੈਲੀ, ਇਹਨੇ ਆਪ ਹੀ ਦੱਸਿਆ। ਇਹ ਫਿਰ ਛੋਟੇ ਭਾਈ ਦੇ ਨਾਲ ਬੈਠ ਕੇ ਫਿਰ ਬਾਈਕ ਤੇ ਬੈਠ ਕੇ ਮੌਕੇ ਤੇ ਉਹਨਾਂ ਨੂੰ ਲੈ ਕੇ ਵੀ ਗਿਆ ਹੈ। ਅੱਛਾ, ਫਿਰ ਉੱਥੇ ਫਿਰਦਾ ਰਿਹਾ ਹੈ, ਉੱਥੇ ਤਕਰੀਬਨ 2-4 ਘੰਟੇ ਉੱਥੇ ਫਿਰਦਾ ਰਿਹਾ। ਪੁਲਿਸ ਨੇ ਆਪਣੀ ਵਰਕਿੰਗ ਕੀਤੀ, ਦਸਤੀ ਸ਼ੁਰੂ ਕਰਤੀ। ਉਹਨਾਂ ਫਿਰ ਕਿਹਾ ਜਿਹੜੇ ਇਹਦੇ ਨਾਲ ਬੈਠਦੇ ਨੇ ਉਹ ਸਾਨੂੰ ਨਾ ਫੜਾਓ। ਉਹ ਫਿਰ ਛੋਟੇ ਚਾਚੂ ਨੇ ਉਹਨਾਂ ਨੇ ਫਿਰ ਨਾ ਇਹ ਜਿਹੜੇ ਇਹਦੇ ਖਾਸ ਸਨ ਉਹਨਾਂ ਦਾ ਨਾਂ ਲਿਆ ਹੈ, ਜਿਹਦੇ 'ਚੋਂ 4 ਤੋਂ 5 ਇਹਦੇ ਨਾਮ ਦੇ ਲੜਕੇ ਜਿਹੜੇ ਨੇ ਨਾ ਉਹ ਫੜੇ ਗਏ ਨੇ। ਠੀਕ ਹੈ। ਤੇ ਉਹ ਉਹਦੇ ਵੀ ਜਿਹੜਾ ਨਾ ਘਰ ਸੁੱਤਾ ਸੀ। ਘਰ ਮਤਲਬ ਕਿ ਨਾ ਜਦੋਂ ਗਏ ਨੇ ਤੇ ਘਰ ਤੇ ਇੱਕ ਇਹ ਦਰਵਾਜ਼ਾ ਖੜਕਾਇਆ ਤੇ ਇਹ ਵੀ ਬਾਹਰ ਆਇਆ। ਇਹਨੂੰ ਤਕਰੀਬਨ ਨਾ ਉਸੇ ਟਾਈਮ ਹੀ ਇਹਨੂੰ ਫੜ ਕੇ ਲੈ ਗਏ ਨੇ। ਮੌਕੇ ਤੇ ਨਹੀਂ ਮੰਨਿਆ, ਇਹਨੂੰ ਆ ਕੇ ਪੁਲਿਸ ਨੇ ਤਫਤੀਸ਼ ਵਗੈਰਾ ਕੀਤੀ ਹੈ। ਫਿਰ ਉਹ ਪੁਲਿਸ ਨੇ ਵਰਕਿੰਗ ਕੀਤੀ, ਮਿਹਨਤ ਕੀਤੀ, ਉਹ CDR ਵਗੈਰਾ ਕਢਵਾਈ ਹੈ। ਸਦੀਕ ਸਾਹਿਬ ਹੋ ਗਏ, ਮੁਖਤਿਆਰ ਸਾਹਿਬ ਹੋ ਗਏ, ਸਈਦ ਸਾਹਿਬ, ਜਿੰਨੇ ਵੀ ਜਵੇਦ ਸਾਹਿਬ, ਜਿੰਨੇ ਵੀ ਸਨ, ਇਹਨਾਂ ਨੇ ਆਪਣੀ ਵਰਕਿੰਗ ਕੀਤੀ ਹੈ ਮੌਕੇ ਤੇ ਇਹਨਾਂ ਨੂੰ ਨਾ CDR ਵਗੈਰਾ ਤੋਂ ਲੜਕਾ ਜਿਹੜਾ ਉਹਨੂੰ ਉਹਨਾਂ ਨੇ ਫਿਰ ਫੜਿਆ। ਉਹਨੂੰ ਕਿਹਾ ਜੀ ਤੂੰ ਮੌਕੇ ਤੇ ਤੇਰੀ ਜੀਓ ਫਰਾਂਸਿੰਗ ਵਗੈਰਾ ਜੋ ਵੀ ਉੱਥੇ ਆ ਰਹੀ ਸੀ, ਤੂੰ ਉੱਥੇ ਮੌਕੇ ਤੇ ਕੀ ਕਰ ਰਿਹਾ ਸੀ ਇਸ ਟਾਈਮ? ਉਹਨੇ ਪਹਿਲਾਂ ਮਾਰਿਆ, ਉਹਨੇ ਨਾ ਪਹਿਲਾਂ ਨਾਮ ਲੈ ਲਿਆ ਮਾਈਏ ਦਾ। ਉਹ ਕਹਿੰਦਾ ਉਹਨੂੰ ਉਹਨਾਂ ਨੇ ਇਹਨੂੰ ਮਰੀਦ ਕਿਉਂ ਸਰ ਨਹੀਂ ਸ਼ਕੋਪੁਰ ਜਾ ਕੇ ਨਾ ਫੜ ਕੇ ਲਿਆਏ ਨੇ। ਉਹ ਜਦੋਂ ਉਹਨੂੰ ਫੜ ਕੇ ਲਿਆਏ ਨੇ ਉਹਦੀ ਤਫਤੀਸ਼ ਕੀਤੀ ਹੈ ਤੇ ਉਹਨੇ ਨਾ ਮਾਈਏ ਦੇ 'ਚ ਕੋਈ ਗੱਲ ਨਹੀਂ ਨਿਕਲੀ। ਉਹ ਫਿਰ ਉਹਦੀ ਤਫਤੀਸ਼ ਕੀਤੀ ਜਲਾਇਆਂ ਦੇ ਮੁੰਡੇ ਦੀ। ਉਹਨੂੰ ਕਿਹਾ ਜੀ ਤੂੰ ਝੂਠ ਬੋਲ ਰਿਹਾ, ਤੂੰ ਸਹੀ ਗੱਲ ਦੱਸ ਕੀ ਹੈ, ਉਹਦਾ ਨਾਂ ਤੂੰ ਲਿਆ ਕਿਉਂ ਨਾ ਲਿਆ? ਉਹਨੇ ਕਿਹਾ ਜੀ ਮੈਂ ਇਹਦਾ ਮੇਰੀ ਭੈਣ ਨਾਲ ਕੋਈ ਮਸਲਾ ਸੀ, ਸਿਸਟਰ ਨਾਲ, ਉਹਦੀ ਨਾਂ ਦੀ ਨਾਲ ਜਲਾਇਆਂ ਦੇ ਜੀ ਪਿੱਛੇ ਜੇ ਨਾ ਸਾਡਾ ਇਹਨਾਂ ਦਾ ਆਪਸ 'ਚ ਇਹਨਾਂ ਨਾ ਉਹਨਾਂ ਪਰਚਾ ਵੀ ਕਰਾਇਆ ਸੀ ਜੀ। ਉਹਨਾਂ ਦਾ ਕੰਮ ਹੀ ਹੈ ਤਕਰੀਬਨ ਨਾ ਉਹਨਾਂ ਕਿਹਾ ਜੀ ਸਾਡਾ ਨਾ ਇਹਨੇ ਮੇਰੀ ਜੰਜ ਆਮ ਜ਼ਬਾਨ ਇਸ ਵਜ੍ਹਾ ਮੈਂ ਇਹਦਾ ਨਾਮ ਲੈ ਲਿਆ ਅਦਾਵਤ ਦੇ ਵਿੱਚ। ਉਹਦੇ ਵਿੱਚੋਂ ਕੋਈ ਗੱਲ ਨਹੀਂ ਨਿਕਲੀ, ਉਹ ਨਾ ਹੱਕੇ ਤੇ ਉਹ ਪਰ ਇਹ ਜਿੰਨੇ ਵੀ ਦੋਸਤ ਨੇ ਨਾ ਉਹਦੇ ਮਾਈਏ ਦੀ ਵਜ੍ਹਾ ਤੋਂ ਬੱਚੇ ਬਣੇ ਨੇ। ਉਹਦੀ 50 ਸਾਲ ਉਮਰ ਹੈ। ਮਾਈਆ ਮੇਰਾ ਵੀ ਦੋਸਤ ਸੀ, ਕਲਾਸ ਫੈਲੋ ਸੀ, ਪੜ੍ਹਦਾ ਰਿਹਾ। ਇਹ ਜਿੰਨੇ ਵੀ ਦੋਸਤ ਜਿਹੜੇ ਸੀ ਨਾ ਮਾਈਏ ਦੀ ਵਜ੍ਹਾ ਤੋਂ ਬਣੇ ਸੀ। ਹੋ ਗਿਆ ਜਿੰਨੇ ਵੀ ਇਹਦੇ ਨਾਲ ਫਿਰਦੇ ਸੀ ਨਾ ਇਹ ਸਾਰੇ ਮਾਈਏ ਦੀ ਵਜ੍ਹਾ ਦੇ ਦੋਸਤ ਬਣੇ ਸੀ। ਫਿਰ ਉਹਨਾਂ ਨੇ ਜਦੋਂ ਉਹਨੂੰ ਤਫਤੀਸ਼ ਕੀਤੀ ਹੈ, ਉਹਨੇ ਕਿਹਾ ਜੀ ਹੈਗਾ ਸੀ ਮੌਕੇ ਤੇ ਖਾਲੀ ਇਕੱਲਾ। ਬਾਕੀ ਜਿਹੜਾ ਇੱਕ ਜੰਜ ਕਿਉਂਕਿ ਉਹ ਸਿਹਤ ਤੋਂ ਵੀ ਠੀਕ ਸੀ, ਉਂਝ ਵੀ ਮਾਮਲਾ ਉਹਦੇ ਠੀਕ ਸਨ। ਉਹ ਇੱਕ ਬੰਦੇ ਦਾ ਸਾਨੂੰ ਕੰਮ ਲੱਗਦਾ ਨਹੀਂ ਹੈ। ਅੱਛਾ, ਉਹ ਜਿਹੜਾ ਨਾ ਤਕਰੀਬਨ ਕੋਈ 2 ਤੋਂ 3 ਬੰਦਿਆਂ ਤੋਂ ਜ਼ਿਆਦਾ ਹੀ ਬੰਦੇ ਸਾਨੂੰ ਲੱਗਦੇ ਨੇ ਜਿਹੜੇ ਇਹਦੇ ਵਿੱਚ ਮੁਲਵਸ ਨੇ। ਉਹ ਪਰ ਉਹ ਸਰ ਨੇ ਤਫਤੀਸ਼ ਕੀਤੀ ਹੈ, ਸਦੀਕ ਸਾਹਿਬ ਨੇ ਨਾ ਕਿਹਾ ਜੀ ਉਹ ਕਹਿੰਦੇ ਇੱਕੋ ਹੀ ਬੰਦਾ ਹੈਗਾ, ਪਰ ਵਜੂਹਾਤ ਵੀ ਐਡੀ ਖਾਸ ਨਹੀਂ ਦੱਸਦਾ। ਠੀਕ ਹੈ, ਕੋਈ ਪੈਸਿਆਂ ਦਾ ਲੈਣ ਦੇਣ ਵੀ ਨਹੀਂ ਉਹ ਸੀ? ਜਿਹੜੀ ਗੱਲ ਸੁਣਾਉਂਦਾ ਹੈ, ਜਿਹੜਾ ਮੌਕੇ ਦੇ ਅੰਦਰ ਮੈਂ ਮੌਜੂਦ ਸਾਂ, ਉਹ ਹੋਰ ਕੋਈ ਗੱਲ ਸੁਣਾਉਂਦਾ ਹੈ। ਜਿਹੜਾ ਇਹ ਗੱਲ ਸੁਣਾਉਂਦਾ ਹੈ ਮੁਲਜ਼ਮ ਜਿਹੜਾ ਉਹ ਹੋਰ ਗੱਲ ਸੁਣਾ ਰਿਹਾ। ਮਤਲਬ ਜਿਹੜਾ ਮੌਕੇ ਤੇ
ਮੌਜੂਦ ਸੀ ਉਹ ਕੀ ਗੱਲ ਸੁਣਾਉਂਦਾ? ਉਹ ਜਿਹੜਾ ਮੌਕੇ ਤੇ ਮੌਜੂਦ ਸੀ ਉਹ ਸਰ ਕਹਿ ਰਿਹਾ ਕਿ ਮੈਂ ਉੱਥੇ ਨਾ ਅਸੀਂ ਬੈਠੇ ਸਾਂ, ਸਿਗਰਟ ਪੀ ਰਹੇ ਸਾਂ ਤੇ ਮੇਰੀ ਦਾ ਨਾ ਝਗੜਾ ਸੀ, ਜਿਵੇਂ ਇਹਨਾਂ ਦੀ ਸਿਸਟਰ ਵਗੈਰਾ ਦਾ ਮਸਲਾ ਸੀ। ਉਹ ਮਾਈਏ ਤੇ ਇਹਨਾਂ ਨੇ ਦਰਖਾਸਤ ਪਹਿਲਾਂ ਦਿੱਤੀ ਤੇ ਉਹ ਇਹਨਾਂ ਨੇ ਨਾ ਇਹਨਾਂ ਦਾ ਆਪਸ 'ਚ ਮਸਲਾ ਸੀ। ਇਹਨੇ ਕਿਹਾ ਦੂਰੋਂ ਦੇਖਿਆ ਉਹਨੇ, ਚੱਜ ਬਾਊ ਨੇ, ਉਹਨੇ ਕਿਹਾ ਜੀ ਉਹ ਆ ਰਿਹਾ, ਤੂੰ ਸਾਈਡ ਤੇ ਹੋ ਜਾ ਜੀ। ਦੂਰੋਂ ਆਂਦਾ, ਉਹਨੇ ਪਛਾਣ ਲਿਆ ਬਾਊ ਨੇ, ਇਹਨੇ ਉਰਫ ਬਾਊ ਹੈ ਜਿਹੜਾ, ਉਹਨੇ ਕਿਹਾ ਜੀ ਇਹਨੂੰ ਪਛਾਣ ਲਿਆ, ਉਹਨੂੰ ਕਿਹਾ ਜੀ ਤੂੰ ਸਾਈਡ ਤੇ ਹੋ ਜਾ। ਕਹਿੰਦਾ ਜੀ ਉਹ ਉੱਥੇ ਨਾ ਇੰਜ ਪੱਠੇ ਸਨ ਤੇ ਮੈਂ ਨਾ ਉੱਥੇ ਹੋ ਗਿਆ ਵਾਂ। ਉਹ ਬਾਅਦ ਚੋਂ ਅਸੀਂ ਕਿਹਾ ਜੀ ਉੱਥੇ ਮੌਕੇ ਤੇ ਵੀ ਦੇਖਿਆ ਉੱਥੇ ਤਾਂ ਕੋਈ ਪੱਠੇ ਹੈ ਨਹੀਂ ਤੇ ਬਾਅਦ ਚੋਂ ਆਂਦਾ ਜੀ ਮੈਂ ਉੱਥੇ ਖਾਲ ਸੀ ਲਾਗੇ, ਉੱਥੇ ਬੈਠ ਗਿਆ। ਉਹ ਆਂਦਾ ਇਹ ਨਾ ਆਇਆ ਏ, ਇਹਨੇ ਆ ਕੇ ਉਹਨੂੰ ਕਿਹਾ ਜੀ ਆਇਆ ਹੈ ਤੇ ਮਕਤੂਲ ਜੋ ਅਸਲਮ ਬਾਊ ਹੈ ਉਹਨੂੰ ਆ ਕੇ ਕਹਿੰਦਾ ਚਾਚਾ ਤੂੰ ਮੇਰੇ ਪੈਸੇ ਨਹੀਂ ਦਿੰਦਾ, 40,000 ਰੁਪਇਆ ਤੂੰ ਮੇਰਾ ਦੇਣਾ। ਤੇ ਜੀ ਉਹਨੇ ਕਿਹਾ ਮੈਂ ਦੇ ਦਾਂਗਾ, ਮੈਂ ਭੱਜ ਚੱਲਣਾ, ਪਿੰਡ ਛੱਡ ਚੱਲਣਾ। ਅੱਗੋਂ ਉਹਨੇ ਨਾ ਅੱਗੋਂ ਬਾਊ ਨੂੰ ਗਾਲ ਕੱਢਤੀ। ਉਹ ਗਾਲ ਕੱਢੀਏ ਤੇ ਅੱਗੋਂ ਬਾਊ ਨੇ ਉਹਦੇ ਚਪੇੜ ਮਾਰਤੀ ਹੈ। ਇਹ ਬਾਅਦ 'ਚੋਂ ਲੜਨ ਲੱਗ ਪਏ ਨੇ। ਉਹਦੇ ਵਿੱਚ ਬਾਅਦ 'ਚੋਂ ਇਹਨੇ ਉੱਚੀ ਉੱਚੀ ਚੀਕਾਂ ਮਾਰੀਆਂ ਨੇ, ਖੰਜਰ ਲੱਗ ਗਿਆ, ਉੱਚੀ ਉੱਚੀ ਚੀਕਾਂ ਸ਼ੁਰੂ ਕਰਤੀਆਂ ਨੇ। ਜਦੋਂ ਉਹ ਡਿੱਗ ਪਿਆ ਤੇ ਹੋਕੇ ਲਏ ਨੇ ਉਹ ਤਕਰੀਬਨ ਉਹਦੇ ਲਾਗੇ ਨਾ 1-2 ਘਰ ਵੀ ਹੈ, ਇੱਕ ਡੇਰਾ ਵੀ ਹੈਗਾ। ਅਸੀਂ ਕਿਹਾ ਜੀ ਅਗਰ ਇਹਨੇ ਕੋਈ ਚੀਕਾਂ ਮਾਰੀਆਂ, ਉਹ ਘਰ ਲਾਗੇ ਕੋਈ 10 ਕੁ ਦਾ ਟਾਈਮ ਸੀ, 10 ਸਾਢੇ 10 ਦਾ। ਉਹਨੇ ਕਿਹਾ ਜੀ ਉਹ ਤਕਰੀਬਨ ਨਾ ਲਾਗੇ ਕੋਈ ਵੀ ਨਹੀਂ ਸੀ ਹੈ, ਮੈਂ ਇਕੱਲਾ ਮੌਕਾ ਦੇਖ ਰਿਹਾ ਸਾਂ, ਇਹਨੇ ਜੋ ਕੀਤਾ। ਬਾਅਦ 'ਚੋਂ ਉਹਨੇ ਹੋਕੇ ਲਏ ਨੇ ਤੇ ਮੈਂ ਫਿਰ ਆਂਦਾ ਜਦੋਂ ਲਾਗੋਂ ਗਿਆ, ਪਤਾ ਮੈਂ ਉੱਥੇ ਹੈਗਾ ਵਾਂ। ਆਂਦਾ ਮੈਂ ਲਾਗੇ ਗਿਆ ਵਾਂ ਤੇ ਜਾ ਕੇ ਦੇਖਿਆ ਉਹ ਨਾ ਮੌਕੇ ਤੋਂ ਜਿਹੜਾ ਨਾ ਉਹ ਦਮ ਤੋੜ ਗਿਆ। ਕਹਿੰਦਾ ਮੈਂ ਘਰ ਡਰਦਾ ਚਲਾ ਗਿਆ ਵਾਂ ਤੇ ਮੈਂ ਕਿਸੇ ਨੂੰ ਦੱਸਿਆ ਨਹੀਂ ਹੈ। ਅੱਛਾ। ਜਿਹੜਾ ਮੁਲਜ਼ਮ ਗੱਲ ਸੁਣਾਉਂਦਾ, ਮੁਲਜ਼ਮ ਗੱਲ ਹੋਰ ਸੁਣਾਉਂਦਾ, ਜਿਹੜਾ ਮੁਲਜ਼ਮ ਸੁਣਾਉਂਦਾ। ਪਰ ਉਹਦੀ ਵਾਲਦਾ ਜਿਹੜੀ 60-65 ਸਾਲ ਉਹਦੀ ਏਜ ਹੈ, ਉਹਦੀ ਬੇਵਾ ਔਰਤ ਹੈ, ਉਹ ਵੀ ਅਸੀਂ ਨਹੀਂ ਅੱਜ ਤੱਕ ਕੋਈ ਗੱਲ ਸੁਣੀ। ਠੀਕ ਹੈ। ਜੇ ਅਗਰ ਕੋਈ ਐਸਾ ਮਸਲਾ ਹੈ ਵੀ ਸੀ, ਉਹਦੇ ਘਰ ਮਰਨ ਵਾਲੇ ਦੀ ਉਮਰ ਕਿੰਨੀ ਸੀ? ਉਹਦੀ ਤਕਰੀਬਨ ਕੋਈ ਹੈ ਸੀ 45 ਤੋਂ 48 ਸਾਲ ਹੈ। ਤੇ ਉਹਦੀ ਜਿਹੜੀ ਵਾਲਦਾ ਹੈ ਉਹ 50-60 ਸਾਲ ਉਮਰ? ਉਹਦੀ ਵਾਲਦਾ ਦੀ ਏਜ ਦੀ ਹੈ। ਅੱਛਾ। ਲਗਾ ਲੋਗੇ ਉਹਦੇ 20 ਸਾਲ ਵੱਡਾ ਹੀ ਹੈ, ਬੜੀ ਏਜ ਸੀ ਉਹਦੀ ਵਾਲਦਾ ਦੀ, ਕੋਈ 65 ਸਾਲ ਏਜ ਹੈ। ਅੱਛਾ। ਠੀਕ ਹੈ। ਉਹ ਇਲਜ਼ਾਮ ਲਾ ਰਿਹਾ ਬਚਣ ਵਾਸਤੇ ਹੁਣ ਜਿਹੜਾ ਨਾ ਇਲਜ਼ਾਮ ਲਾ ਰਿਹਾ ਹੈ ਉਹਨੂੰ ਕੋਈ ਨਹੀਂ। ਫਿਰ ਜਦੋਂ ਤਫਤੀਸ਼ ਕਰੋ ਕੋਈ ਮਸਲਾ, ਉਹ ਫਿਰ ਕੋਈ ਨਾ ਕੋਈ ਬਿਆਨ ਬਦਲਦਾ। ਹੁਣ ਐਂਡ ਤੇ ਆ ਕੇ ਉਹਨਾਂ ਦੀ ਕੋਈ ਪਲੈਨਿੰਗ ਹੈ, ਕੋਈ ਉਹਨਾਂ ਦੇ ਮਗਰ ਬੰਦਾ ਹੈ, ਕੋਈ ਮਾਮਲਾ ਹੈ, ਉਹ ਹੁਣ ਹਜੇ ਤੱਕ ਨਹੀਂ ਕੋਈ ਸਾਹਮਣੇ ਆਇਆ। ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ ਅਦਾਵਤ ਹੈ ਜਾਂ ਮੌਕੇ ਤੇ ਕੋਈ ਲੜਾਈ ਹੋਈ? ਅਗਰ ਉਹਦੀ ਵਾਲਦਾ ਵਾਲਾ ਮਸਲਾ ਵੀ ਨਹੀਂ ਹੈ, ਹਾਂਜੀ, ਕੋਈ ਲੈਣ ਦੇਣ ਦਾ ਮਸਲਾ ਵੀ ਨਹੀਂ ਹੈ, ਤੇ ਫਿਰ ਕੀ ਹੋ ਸਕਦਾ? ਸਰ ਕੋਈ ਪਰਸਨੈਲਿਟੀ ਕਲੈਸ਼ ਲੱਗਦਾ। ਉਹਦੀ ਵਜ੍ਹਾ ਇਹ ਹੈ ਕਿ ਇਹਦੇ ਪਹਿਲਾਂ ਨਾ ਸਾਰੇ ਇਹਦੇ ਘਰ ਬੈਠਕ ਵਗੈਰਾ 'ਚ, ਜਿਵੇਂ ਪਿੰਡਾਂ 'ਚ ਹੁੰਦਾ ਹੈ, ਇਹਦੀ ਬੈਠਕ ਇਹਨੇ ਬਣਾਈ ਸੀ, ਉੱਥੇ ਬੈਠਦੇ ਵਗੈਰਾ ਸੀ। ਉਸ ਤੋਂ ਬਾਅਦ ਇਹ ਡੇਰਾ ਵਗੈਰਾ ਬਣਾਇਆ, ਉਹ ਘਰਾਂ 'ਚ ਘਰ ਸੀ ਉਹਨਾਂ ਦਾ, ਉਮਰ ਉਹਨਾਂ ਦਾ। ਇਹਦੀ ਜ਼ਰਾ ਬਾਹਰ ਪਿੰਡੋਂ ਬਾਹਰ ਆ ਜਾਂਦੀ ਸੀ ਭੇਜੀ, ਉੱਥੇ ਆ ਕੇ ਬੈਠਦੇ ਵਗੈਰਾ ਸੀ। ਕੋਈ ਇੰਜ ਦੀ ਕੋਈ ਪਰਸਨੈਲਿਟੀ ਕਲੈਸ਼ ਲੱਗਦਾ ਜਾਂ ਮਾਮਲਾ ਲੱਗਦਾ ਕਿ ਇਹਦਾ ਕੋਈ ਨਾ ਕੋਈ ਮਸਲਾ ਸੀ, ਕੋਈ ਜਿਹੜਾ ਮੁਲਜ਼ਮ ਹੈ ਨਾ, ਇਹਨਾਂ ਦਾ ਘਰ ਦੀ ਰੈਪੂਟੇਸ਼ਨ ਨਹੀਂ ਠੀਕ ਹੈ। ਜਲਾਇਆ ਉੱਥੇ ਬੱਗਾ ਜਲਾ ਕਹਿੰਦੇ ਨੇ ਤੇ ਨਾਨੇ ਨੂੰ, ਉਹਦੇ ਨਾਂ ਤੋਂ ਮਸ਼ਹੂਰ ਨੇ। ਇਹਨਾਂ ਦਾ ਉੱਥੇ ਘਰ ਹੈ ਤੇ ਇਹਨਾਂ ਦੀਆਂ ਕਹਿਣਾ ਤਾਂ ਨਹੀਂ ਚਾਹੀਦਾ ਸਿਸਟਰਾਂ ਦੀ, ਤੇ ਇਹਨਾਂ ਦੀ ਨਾ ਰੈਪੂਟੇਸ਼ਨ ਨਹੀਂ ਠੀਕ। ਲੋਕਾਂ ਤੇ ਝੂਠੇ ਪਰਚੇ ਕਰਵਾ ਕੇ ਲੋਕਾਂ ਕੋਲ ਪੈਸੇ ਲੈਂਦੇ ਨੇ। ਇੰਜ ਦੀ ਇਹਨਾਂ ਦੀ ਜਾਂ ਇਹਨਾਂ ਮੁੰਡਿਆਂ ਦੀ ਵੀ ਰੈਪੂਟੇਸ਼ਨ ਨਹੀਂ ਠੀਕ। ਮੈਨੂੰ ਜਿਹੜਾ ਲੱਗਦਾ ਹੈ ਕਿ ਇਹ ਉੱਥੇ ਬੈਠ ਕੇ ਕੋਈ ਗਲਤ ਹਰਕਤ ਕਰਦੇ ਪਏ ਸਨ ਸਾਈਡ ਤੇ ਜਾਂ ਕਿਤੇ ਦੋਵੇਂ, ਤੇ ਇਹ ਜਾਂ ਇਹਦੀ ਕਿਸੇ ਨਾਲ ਵੀ, ਤੇ ਇਹਨੇ ਨਾ ਪਤਾ ਲੱਗ ਗਿਆ ਕੋਈ ਇੰਜ ਦੀ ਨਾ, ਜਾਂ ਕੋਈ ਮਾਮਲਾ ਹੋ ਗਿਆ, ਇਹਨਾਂ ਨੂੰ ਪਤਾ ਲੱਗਾ ਅਸਲਮ ਬਾਊ ਨੂੰ, ਤੇ ਇਹਨਾਂ ਨੇ ਨਾ ਕੋਈ ਝੂਠੀ ਕਹਾਣੀ ਬਣਾ ਕੇ ਤੇ ਉਹਨੂੰ ਮਾਰਤਾ। ਇਹਦਾ ਜਾਂ ਇਹਦੀ ਸਿਸਟਰ ਨਾਲ ਕੋਈ ਮਸਲਾ ਹੈ, ਕਿਉਂਕਿ ਪਹਿਲਾਂ ਵੀ ਇਹਨਾਂ ਦਾ ਉਹਨਾਂ ਨੇ ਇਹਨਾਂ ਤੇ ਪਰਚਾ ਕਰਾਇਆ, ਦਰਖਾਸਤ ਦਿੱਤੀ ਸੀ, ਪਰਚਾ ਨਹੀਂ ਸੀ ਹੋਇਆ, ਤੇ ਉਹ ਜਿਹੜਾ ਵਿੱਚ ਮਹੱਲੇ ਵਾਲਿਆਂ ਨੇ ਬਚਾਤਾ ਸੀ ਅਸਲਮ ਮਾਈਆ ਨੂੰ, ਤੇ ਇਹਦੇ ਤੇ ਦਰਖਾਸਤ ਦੋਵਾਂ ਦੀ ਹੋਈ ਸੀ। ਠੀਕ ਹੈ। ਕਿ ਸਿਸਟਰ ਨਾਲ ਇਹਨਾਂ ਦਾ ਮਸਲਾ ਸੀ। ਠੀਕ ਹੈ। ਅੱਛਾ, ਇਹ ਦੱਸੋ ਕਿ ਬਰਜੀਸ ਤਾਹਿਰ ਸਾਹਿਬ ਜਿਹੜੇ MNA ਨੇ, ਉਹਨਾਂ ਕੋਲੋਂ ਨੌਕਰੀ ਕਰਦਾ ਸੀ, ਔਰ ਤੁਹਾਡੇ ਜਿਹੜਾ ਗਾਉਂ ਹੈ ਪਸੀਨ, ਉੱਥੇ ਦੇ ਇੱਕ ਸੂਬਾਈ ਵਜ਼ੀਰ ਵੀ ਰਹਿੰਦੇ ਨੇ। ਉੱਥੇ ਸਹੇਲ ਸ਼ੌਕਤ ਭੱਟ ਸਾਹਿਬ ਰਹਿੰਦੇ ਨੇ। ਉਹਨਾਂ ਨੇ ਤਕਰੀਬਨ ਕੋਈ ਇਹ ਪੈਰਵੀ ਵਗੈਰਾ ਪਿੱਛੇ ਕੀਤੀ ਹੈ ਥੋੜ੍ਹੀ, ਤਕਰੀਬਨ ਪੁੱਛਿਆ ਵਗੈਰਾ, ਤੇ ਪਿੱਛੇ ਹਈਏ ਉਹ ਇੱਥੇ ਹੈ ਨਹੀਂ ਮਜ਼ੀਦ। ਉਹਨਾਂ ਨਾਲ ਸਾਡੀ ਅਪੀਲ ਹੈ ਆ ਕੇ ਬੱਚਿਆਂ ਨੂੰ ਵੀ ਮਿਲਿਆ ਜਾਵੇ। ਉਹਦੇ 2 ਛੋਟੇ ਬੱਚੇ ਨੇ, ਇੱਕ ਬੇਟੀ ਹੈ ਉਹਦੀ, ਉਹ ਸ਼ਾਦੀशुदा ਹੈ,
ਇਹ ਦੋ, ਇੱਕ 12 ਸਾਲ ਦਾ ਬੇਟਾ ਹੈ, ਇੱਕ 10 ਸਾਲ ਦਾ ਬੇਟਾ ਹੈ। ਉਹਨਾਂ ਨੂੰ ਸਾਡੀ ਅਪੀਲ ਹੈ ਸਰਦਾਰ ਰਿਆਜ਼ ਸਾਦਕ ਸਾਹਿਬ ਨੂੰ ਵੀ, ਜਿਹੜੇ ਇੱਥੋਂ ਦੇ ਸਪੀਕਰ ਵੀ ਨੇ ਤੇ MNA ਵੀ ਨੇ, ਤੇ ਸੇਲ ਸ਼ੌਕਤ ਭੱਟ ਸਾਹਿਬ ਵਜ਼ੀਰ ਵੀ ਨੇ, ਪਹਿਲਾਂ ਵੀ ਸਾਬਕਾ MNA ਰਹਿ ਚੁੱਕੇ ਨੇ। ਉਹਨਾਂ ਨੂੰ ਸਾਡੀ ਅਪੀਲ ਹੈ ਕਿ ਬੱਚਿਆਂ ਤੇ ਜ਼ੇਰਾ ਸਾਇਆ ਕੀਤਾ ਜਾਵੇ, ਇਹਨਾਂ ਨੂੰ ਹੱਕ ਦਿਵਾਇਆ ਜਾਵੇ। ਮਰੀਮ ਨਵਾਜ਼ ਸਾਹਿਬ ਨਾਲ ਵੀ ਸਾਡੀ ਅਪੀਲ ਹੈ, ਸਾਡੀ CCD ਦੇ ਇਹਨਾਂ ਨੂੰ ਹਵਾਲੇ ਕੀਤਾ ਜਾਵੇ। ਉਹਨਾਂ ਕੋਲ ਪੰਜਾਬ ਪੁਲਿਸ ਨੇ ਮਿਹਨਤ ਕੀਤੀ ਹੈ, ਵਰਕਿੰਗ ਕੀਤੀ ਹੈ, ਪਰ ਮਜ਼ੀਦ ਤਫਤੀਸ਼ ਕਰਨ ਬਗੈਰ ਇੱਕ ਬੰਦੇ ਦਾ ਸਰ ਉਹ ਜੰਜ ਖੰਜਰ ਮਾਰ ਕੇ ਕੀਤਾ ਗਿਆ ਨਾ, ਇੱਕ ਬੰਦੇ ਦਾ ਕੰਮ ਨਹੀਂ ਹੈ। ਸੇਲ ਸ਼ੌਕਤ ਭੱਟ ਸਾਹਿਬ ਇੱਥੋਂ ਦੇ ਵਜ਼ੀਰ ਨੇ, ਠੀਕ ਹੈ, ਲੋਕਾਂ ਦੇ ਵੀ ਫੈਸਲੇ ਕਰਾਉਂਦੇ ਨੇ, ਅੱਛੀ ਰੈਪੂਟੇਸ਼ਨ ਹੈ, ਪਰ ਇਹਨਾਂ ਨੂੰ ਸੇਲ ਸ਼ੌਕਤ ਭੱਟ ਸਾਹਿਬ ਨੂੰ ਚਾਹੀਦਾ ਹੈ ਕਿ ਸਾਡੇ ਤੇ ਜ਼ੇਰੇ ਸਾਇਆ ਕੀਤਾ ਜਾਵੇ, ਸਾਡੀ ਹੈਲਪ ਕੀਤੀ ਜਾਵੇ, ਮਦਦ ਕੀਤੀ ਜਾਵੇ। ਬੇਵਾ ਇਹਨਾਂ ਦੀ, ਠੀਕ ਹੈ, ਇਹ ਬੱਚੇ ਨੇ, 2 ਛੋਟੇ ਬੇਟੇ ਨੇ, ਇੱਕ 12 ਸਾਲਾਂ ਦਾ, ਇੱਕ 10 ਸਾਲ ਦਾ। ਇਹਨਾਂ ਤੇ ਨਜ਼ਰ ਕਰਮ, ਇਹਨਾਂ ਨੂੰ ਇਨਸਾਫ ਦਿਲਵਾਇਆ ਜਾਵੇ, ਸਾਨੂੰ ਇਨਸਾਫ ਦਿਲਵਾਇਆ ਜਾਵੇ। ਇਹਨਾਂ ਨੂੰ CCD ਦੇ ਜੰਜ ਜੋ ਮਹਿਕਮੇ ਨਿਕਲੇ ਨੇ ਹੁਣ, ਮਰੀਮ ਨਵਾਜ਼ ਸਾਹਿਬ ਨਾਲ ਵੀ ਸਾਡੀ ਅਪੀਲ ਹੈ, ਇਹਨਾਂ ਨੂੰ ਨਾ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ। ਵਰਜੀਜ਼ ਤਾਹਿਰ ਸਾਹਿਬ ਦੇ ਵੀ ਕੋਈ ਮਦਦ ਹੋਈ ਹੈ ਉਹਨਾਂ ਦੇ ਵੱਲੋਂ? ਸਰ ਉਹਨਾਂ ਨਾਲ ਰਾਬਤਾ ਅਸੀਂ ਕੀਤਾ, ਕੌਣ ਕਿਸੇ ਦੀ ਮਦਦ ਕਰਦਾ ਹੈ, ਮਦਦ ਆਪਣੇ ਤਹਿਤ ਹੀ ਹੁੰਦੀ ਹੈ। ਉਹਨਾਂ ਨਾਲ ਰਾਬਤਾ ਕੀਤਾ, ਉਹਨਾਂ ਨੂੰ ਦੱਸਿਆ, ਉਹਨਾਂ ਬਸ ਕਿਹਾ ਜੀ ਅੱਲਾ ਦਾ ਹੁਕਮ ਕੀ ਕਹਿ, ਉਸ ਤੋਂ ਬਾਅਦ ਉਹਨਾਂ ਸਰ ਕੋਈ ਰਾਬਤਾ ਨਹੀਂ ਕੀਤਾ। ਅੱਛਾ ਭਾਜੀ, ਇਹ ਦੱਸੋ ਕਿ ਕੀ ਹੋਇਆ, ਤੁਹਾਡੇ ਖਾਵਨ ਦਾ ਕੀ ਝਗੜਾ ਸੀ ਉਹਦੇ ਨਾਲ? ਭਾਈ ਝਗੜਾ ਤਾਂ ਕੋਈ ਨਹੀਂ ਸੀ, ਉਹਨਾਂ ਨੇ ਦੱਸਿਆ ਹੈ ਸਾਨੂੰ, ਠੀਕ ਹੈ। ਆਏ ਨੇ ਰਾਤ ਨੂੰ 9 ਵਜੇ ਆਏ ਨੇ, ਆਣ ਕੇ ਘਰ ਮੋਟਰਸਾਈਕਲ ਖਿਲਾਰੀ, ਬਾਈਕ ਖਿਲਾਰੀ ਹੈ, ਕਹਿੰਦੇ ਨੇ ਕੀ ਪਕਾਇਆ, ਮੈਂ ਦੱਸਿਆ ਚਾਵਲ ਬਣਾਏ ਨੇ। ਆਣ ਕੇ ਫੋਨ ਆਇਆ, ਬਾਹਰ ਚਲੇ ਗਏ ਨੇ। 10 ਵਜੇ ਤੱਕ ਉਡੀਕਦੀ ਰਹੀ, ਇੰਤਜ਼ਾਰ ਕੀਤਾ, ਪਰੇਸ਼ਾਨ ਰਹੀ ਹਾਂ। ਉਹਨਾਂ ਨੇ ਨਹੀਂ, ਫੋਨ ਬੰਦ ਜਾ ਰਿਹਾ। ਮੈਂ ਕਿਹਾ ਖੈਰ ਬੈਟਰੀ ਲੋ ਹੋ ਗਈ ਹੈ। ਮੁੜ ਕੇ ਉਸ ਤੋਂ ਬਾਅਦ ਸੁਬਾਹ ਪਤਾ ਲੱਗਾ 10:30 ਵਜੇ ਲਾਗੇ ਚਾਗੇ ਅੱਛਾ, ਅਸਲਮ ਦਾ ਜੀ ਅਸਲਮ ਦਾ ਭਤਰੀਆ ਮੁਹੰਮਦ ਵਕਾਰ, ਉਹਨੇ ਆਣ ਕੇ ਕਿਹਾ ਚਾਚੀ ਜਾਨ ਇਹਦੀ ਡੈਥ ਹੋ ਗਈ, ਚਾਚੇ ਦੀ ਇਹ ਮਸਲਾ ਬਣਿਆ ਹੈ। ਠੀਕ ਹੈ। ਅੱਛਾ ਦੱਸੋ, ਕਦੀ ਉਹਨਾਂ ਨੇ ਘਰ ਜ਼ਿਕਰ ਕੀਤਾ ਕਿ ਕਿਸੇ ਨਾਲ ਕੋਈ ਪੈਸੇ ਲੈਣੇ ਨਹੀਂ ਨਾ ਨੇ? ਭਾਈ, ਉਹਨਾਂ ਇਹ ਨਹੀਂ ਕਿਹਾ ਹੈ ਕਿ ਮੈਂ ਕਿਸੇ ਦੇ ਪੈਸੇ ਲੈਣੇ ਆ ਜਾਂ ਦੇਣੇ ਆ, ਕੋਈ ਮਸਲਾ ਹੀ ਨਹੀਂ ਹੈ ਸਾਨੂੰ ਇਸ ਚੀਜ਼ ਦਾ। ਹੁੰਦਾ ਫਿਰ ਦੱਸ ਦਿੰਦੇ ਕਿਸੇ ਕੋਲੋਂ ਲੈਣੇ ਆ ਜਾਂ ਦੇਣੇ ਆ, ਦੇ ਦਾਂਗੇ ਜਾਂ ਨਹੀਂ ਦੇ ਦਾਂਗੇ। ਉਹਨਾਂ ਨੇ ਕੋਈ ਗੱਲ ਕੀਤੀ ਨਹੀਂ, ਨਾ ਕੋਈ ਦੁਸ਼ਮਣੀ ਨਹੀਂ ਆਈ ਭਾਈ, ਕਿਸੇ ਨਾਲ ਕੋਈ ਲੜਾਈ ਝਗੜਾ ਕਦੀ ਨਾ ਹੋਇਆ? ਭਾਈ ਕੋਈ ਗੱਲ ਹੈ ਹੀ ਨਹੀਂ ਇਸ ਚੀਜ਼ ਦੀ। ਅੱਛਾ, ਔਰ ਇਹ ਜਿਹੜੀ ਗੱਲ ਹੈ ਮੁਲਜ਼ਮ ਇਲਜ਼ਾਮ ਲਾਉਂਦਾ ਹੈ ਭਾਈ ਉਹ ਖਰਾ ਕਰ ਝੂਠ ਨਹੀਂ, ਮੇਰਾ ਉਹ ਨਹੀਂ ਇਹੋ ਜਿਹਾ ਹੈ ਸੀ। ਅੱਛਾ ਹਾਂਜੀ ਠੀਕ ਹੈ। ਤੇ ਕੁਝ ਕਹਿਣਾ ਚਾਹੁੰਦੇ ਹੋ? ਭਾਈ ਇਹਨਾਂ ਨੂੰ ਇਨਸਾਫ ਚਾਹੀਦਾ। ਹੁਣ ਮੈਂ ਬੱਚੇ ਨੇ ਮੇਰੇ ਨਿੱਕੇ ਨਿੱਕੇ, ਮੈਂ ਕੀ ਕਰ ਸਕਣੀ, ਤੁਸੀਂ ਕਰੋ ਜੋ ਕਰਨਾ ਕਾਰਵਾਈ, ਕਿ ਇਨਸਾਫ ਮੁਲਜ਼ਮ ਚਾਹੀਦਾ, ਤੁਹਾਡੇ ਇਹਨੂੰ ਪੁਲਿਸ ਪਤਾ ਹੈ। ਇਨਵੈਸਟੀਗੇਸ਼ਨ ਪੁਲਿਸ ਨੇ ਫੜ ਲਏ ਨੇ? ਹਾਂਜੀ। ਤੇ ਉਹ ਮਜ਼ੀਦ ਤੁਸੀਂ ਇਹਦੇ ਹਵਾਲੇ ਨਾਲ ਕੁਝ ਕਹਿਣਾ ਚਾਹੁੰਦੇ ਹੋ? ਭਾਈ ਵੇਲ ਖੂਨ ਸਾਨੂੰ ਚਾਹੀਦਾ, ਜਿਵੇਂ ਸਾਡੇ ਬੱਚੇ ਯਤੀਮ ਹੋਏ ਨੇ, ਇਹਨਾਂ ਨੂੰ ਵੀ ਇੰਝ ਜਰਾ ਪਤਾ ਲੱਗੇ ਕੈਸੇ ਕਿ ਨਾ ਕਰੀਦਾ, ਤੇ ਇਹਨਾਂ ਨੂੰ ਪਤਾ ਲੱਗੇ। ਹੋਰ ਅਸੀਂ ਉਹਨਾਂ ਨੂੰ ਕੀ ਕਹਿਣਾ ਕਿ ਤੁਹਾਡੇ ਹੱਥ ਵਸ ਹੈ। ठीक है। इंसाफ के लिए यकीनन हर वो ख़ानदान जिनका प्यारा चला जाता है वो इंसाफ के लिए ही अपील करते हैं। बेवा है मकतूल की, असलम उर्फ बाऊ की जो बेवा है वो भी इंसाफ के लिए कहती है, भतीजा है वो भी इंसाफ के लिए कहता है। और यकीनन इन्वेस्टिगेशन पुलिस ने मुलजिम जो है वो मरकज़ी मुलजिम जो है उसको गिरफ़्तार कर लिया है, लेकिन इन्हें अभी भी खदशा है कि जो इनका चचा था असलम उर्फ बाऊ वो सेहतमंद था और वो मुमकिन नहीं है कि एक शख्स उसको छुरियों के वार से कत्ल कर दे। इनको खदशा है कि इसमें कत्ल में मज़ीद लोग भी मुलविस हो सकते हैं। यकीनन इसमें अभी पुलिस इन्वेस्टिगेशन कर रही है और आगे चल के मज़ीद जो मुलजमान इसमें कोई मुलविस हुए तो पुलिस उन्हें भी गिरफ़्तार करेगी। इस केस से जुड़े दीगर लोग क्या कहते हैं वो भी हम आपको सुनवाते हैं। नाज़रीन, मकतूल के लवाहिकीन की गुफ्तगू आपने सुनी। दुख, बेबसी और सवालों से भरपूर वो आवाज़ें जो हर कत्ल के पीछे रह जाती हैं। अब सवाल ये है कि जब ना कोई कैमरा मौजूद था, ना सेफ सिटी की आंखें, ना कोई प्राइवेट सीसीटीवी फुटेज, तो इन्वेस्टिगेशन पुलिस ने इस अंधे कत्ल की गुत्थी को आखिर कैसे सुलझाया? कैसे बगैर शवाहिद, बगैर फुटेज और बगैर गवाहों के पुलिस कातल तक जा पहुंची? वो कौन सा पहलू था
कौन सी बारीक निशानी जिसने तफ्तीश का रुख बदल दिया और पुलिस को सीधा उस मुजरिम तक ले गई। पुलिस के मुताबिक उस कत्ल की असल वजह अनाथ क्या बनी, ये वो इंकशाफात है जो इस लर्ज़ाखेज वारदात को पुलिस की बड़ी कामयाबी बताते हैं। नाज़रीन, अब आगे चलते हैं और सुनते हैं दीगर रिश्तेदारों की आवाज़। इस वाक़े पर उनकी राय, उनका खौफ, उनके सवाल और उनका इंसाफ पर ਇਹ ਦੋਸਤ ਸਨ ਦੋਵੇਂ ਜੀ। ਉਹਨੇ ਇਹਨੂੰ ਕਾਰੋਬਾਰ ਵੀ ਕਰਾ ਕੇ ਦਿੱਤਾ ਹੈ ਤੇ ਸਮਝ ਨਹੀਂ ਆਈ। ਹੁਣ ਕਹਿੰਦਾ ਮੈਂ 40,000 ਰੁਪਇਆ ਲੈਣਾ, ਜੇ ਲੈਣਾ ਸੀ ਇਹਨੇ ਤੇ ਸਾਨੂੰ ਦੱਸਦਾ, ਅਸੀਂ ਉਹਨੂੰ ਦਿੰਦੇ ਜਾਂ ਹੱਲ ਕੱਢਦੇ ਕੋਈ। ਸਾਨੂੰ ਇਹਨਾਂ ਕੋਈ ਨਹੀਂ ਦੱਸਿਆ, ਕੋਈ ਪਤਾ ਨਹੀਂ ਸਾਨੂੰ। ਜਦੋਂ ਕਤਲ ਹੋਇਆ ਸਾਨੂੰ ਪਤਾ ਹੀ ਨਹੀਂ। ਸਾਨੂੰ ਸਵੇਰ 10 ਵਜੇ ਮੈਂ ਸ਼ਹਿਰ ਲਾਹੌਰ ਗਿਆ ਤੇ 10 ਵਜੇ ਮੈਨੂੰ ਫੋਨ ਗਿਆ ਤੇ ਪਤਾ ਲੱਗਾ। ਲਾਹੌਰੋਂ ਮੈਂ 10 ਵਜੇ ਤੁਰਿਆ, ਕੋਈ 11 ਸਾਢੇ 11 ਵਜੇ ਉੱਥੇ ਪਹੁੰਚਿਆ, ਫਿਰ ਪਤਾ ਲੱਗਾ। ਤੇ ਜਨਾਬ ਸਾਨੂੰ ਇਨਸਾਫ ਚਾਹੀਦਾ ਮਰੀਮ ਬਾਜ ਕੋਲੋਂ, CCTV ਕੋਲੋਂ। ਉਹਨਾਂ ਦੇ ਜਨਾਬ ਤੁਸੀਂ ਪੂਰੇ ਪਿੰਡ ਨੂੰ ਪੁੱਛ ਸਕਦੇ ਜੀ ਉਹਦੇ ਬਾਰੇ ਜਾ ਕੇ, ਉਹ ਬੱਚਾ ਕਿਹੋ ਜਿਹਾ ਹੈ। ਅਸੀਂ ਤਾਂ ਠੀਕ ਕਹਿਣਾ ਤੁਸੀਂ ਪੂਰੇ ਪਿੰਡ 'ਚ ਪੁੱਛ ਸਕਦੇ ਜੀ, ਇਕੱਲੇ ਬੰਦੇ ਕੋਲੋਂ ਪੁੱਛ ਸਕਦੇ ਜਾ ਕੇ, ਔਰਤਾਂ ਮਰਦਾਂ ਕੋਲੋਂ ਪੂਰੇ ਪਿੰਡ 'ਚ ਪੁੱਛ ਸਕਦੇ ਜੀ ਕਿਸ ਤਰ੍ਹਾਂ ਦਾ ਬੱਚਾ ਸੀ ਉਹ। ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ। ਉਹ ਮੁਲਜ਼ਮ 40,000 ਰੁਪਇਆ ਕਹਿ ਰਿਹਾ। ਜੇ 40,000 ਰੁਪਇਆ ਉਹਨੇ ਦੇਣਾ ਹੁੰਦਾ ਇਹਦਾ ਤੇ ਇਹਨੂੰ ਕਾਰੋਬਾਰ ਵੀ ਉਹਨੇ ਕਰਾ ਕੇ ਦਿੱਤਾ ਸੀ। ਉਹਨੇ ਇਹਨੂੰ ਹੋਟਲ ਬਣਾ ਕੇ ਦਿੱਤਾ ਸੀ ਪਿੰਡ। ਤੁਸੀਂ ਪੁੱਛ ਸਕਦੇ ਜਾ ਕੇ ਆਪਣੇ ਕੋਲੋਂ ਪੈਸੇ ਲਾ ਕੇ। ਦੋਸਤ ਸਨ ਦੋਵੇਂ। ਇਹਦੀ ਅਸਲ ਹੋਰ ਵਜ੍ਹਾ ਦਾ ਸਾਨੂੰ ਨਹੀਂ ਕਿਸੇ ਦਾ ਪਤਾ ਹੈਗਾ। ਜਿਹੜਾ ਉਹ ਇਲਜ਼ਾਮ ਲਾਉਣ ਡਿਆ ਵਾ ਉਹ ਤੁਸੀਂ ਪੂਰੇ ਪਿੰਡ 'ਚ ਜਾ ਕੇ ਪੁੱਛ ਸਕਦੇ। ਤੁਹਾਨੂੰ ਆਪ ਪਤਾ ਲੱਗ ਜਾਏਗਾ ਵੀ ਉਹ ਬੱਚਾ ਸਾਡਾ ਕਿਸ ਤਰ੍ਹਾਂ ਦਾ ਹੈ। ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ ਹੈ। ਪੁਲਿਸ 'ਤੇ ਸਾਨੂੰ ਕੋਈ ਸ਼ੱਕ ਨਹੀਂ ਹੈ। ਜੋ ਇਸ ਗੱਲ ਦਾ ਸਾਨੂੰ ਨਹੀਂ ਪਤਾ ਹੈ ਕਿ ਸਾਨੂੰ ਬਦਲਾ ਚਾਹੀਦਾ, ਖੂਨ ਚਾਹੀਦਾ, ਨਾ ਹੀ ਸਾਡੀ ਕਿਸੇ ਨਾਲ ਦੁਸ਼ਮਣੀ ਹੈ। ਸਾਨੂੰ ਇਨਸਾਫ ਚਾਹੀਦਾ, ਹੋਰ कुछ नहीं। इंसाफ चाहिए, हमें जैसे भी करके दे। 2 भाई हैं, दोस्त हमारी ना किसी से दुश्मनी थी। हमें भी खून चाहिए और इंसाफ चाहिए। जैसे उन्होंने पापा को मारा, हम भी ऐसे मारेंगे। नहीं, किसी से दुश्मनी नहीं थी। कह रहे थे बड़ा होकर फौजी में लगे। मेरा नाम मोहम्मद इकबाल है उर्फ गोगा कहते मैनू। मेरा ਵੱਡਾ भाई हैगा ही असलम भाई बाऊ कहते ही ਉਹਨੂੰ। ठीक है, यारा दोस्त है, बहदा खलोंदा ही, यार दोस्त मिलते गिलते ही ਉਹਨੂੰ। ठीक है, ਉਹ ਜਦੋਂ ਮਿਸਾਲ ਰਾਤ ਨੂੰ ਡਿਊਟੀ ਤੋਂ ਆਉਣਾ ਇੰਤਜ਼ਾਰ ਕਰਦੇ ਹੁੰਦੇ ਸੀ ਯਾਰ। ਬਹਿੰਦੇ ਸਮਝ ਨਹੀਂ ਲੱਗੀ ਸਾਨੂੰ ਆਪ ਕਿ ਉਹ ਇੰਜ ਉਹਨਾਂ ਨੇ ਕੀਤਾ ਸਾਡੇ ਨਾਲ। ਇੱਕ ਥਾਲੀ ਸਾਡੇ ਪੱਲਿਓਂ ਖਾਂਦਾ ਰਿਹਾ ਉਹ, ਪਾਲ ਭਾਈ ਵੱਡ ਪਾਲਦਾ ਰਿਹਾ ਉਹਨੂੰ। ਉੱਠ ਕੋਲ ਆਇਆ, ਸਾਨੂੰ ਸਿਲਾ ਦਿੱਤਾ ਹੈਗਾ। ਉਹਨੂੰ ਹੋਟਲ ਪਾ ਕੇ ਦਿੱਤਾ ਨਾਲ ਚਣਿਆਂ ਦਾ 2 ਜਣਿਆਂ ਨੂੰ। ਉਹਨੂੰ ਇੱਕ ਮੁੰਡਾ ਦਾ ਸੀ, ਇਹਨਾਂ 2 ਨੂੰ ਹੀ ਪਾ ਕੇ ਦਿੱਤਾ। ਆਪ ਹੀ ਉਹਨੇ ਆਪਣੇ ਪੱਲਿਓਂ ਹੀ ਕੋਈ 1 ਸਵਾ ਲੱਖ ਰੁਪਈਆ ਲਾ ਕੇ ਦਿੱਤਾ। ਫਿਰ ਵੀ ਉਹਦੇ ਪੱਲੇ ਨਹੀਂ ਕੁਛ ਪਾਉਂਦੇ ਰਹੇ। ਉਹਨੇ ਕਿਹਾ ਯਾਰ ਕਰੋ ਤੁਸੀਂ, ਕੋਈ ਬਚੇਗਾ ਮੈਨੂੰ ਦੇ ਦਿਓ, ਨਾ ਬਚੇਗਾ ਨਾ ਦਿਓ। ਠੀਕ ਹੈ, ਬਸ ਕੋਈ ਚੀਜ਼ ਨਹੀਂ ਉਹਨਾਂ ਨੇ ਦਿੱਤੀ ਹੈ। ਐਂਡ 'ਤੇ ਕੀ ਹੋਇਆ, ਉਹਨੇ ਕਿਹਾ ਯਾਰ ਨਹੀਂ ਬਚਣ ਡਿਆ ਸਾਨੂੰ ਕੁਛ, ਖਾਈ ਆਪ ਗਏ। ਭਰਾ ਨੇ ਫਿਰ ਵੀ ਸੀ ਨਹੀਂ ਕੀਤੀ ਹੈ। ਅਤੇ ਐਂਡ 'ਤੇ ਫਿਰ ਉਹਨੇ ਨਹੀਂ ਬਚਦਾ। ਫਿਰ ਉਹਨੇ ਫੱਟੇ ਫੁੱਟੇ ਚੁੱਕੇ ਆਪਣੇ ਘਰ ਲਿਆ ਕੇ ਰੱਖਦੇ ਆ। ਇਸ ਤਰ੍ਹਾਂ ਮਿਲਦੇ ਗਿਲਦੇ ਰਹੇ ਆਪਸ ਵਿੱਚ। ਬਹਿਣਾ ਖਲੋਣਾ ਇਹਨਾਂ ਇਕੱਠਾ ਹੀ, ਡੇਰਾ ਇੱਕ ਬਣਾਇਆ ਇਹਨਾਂ ਨੇ ਬਹਿਣ ਖਲੋਣ ਵਾਸਤੇ। ਅਤੇ ਬਾਅਦ ਇੱਕ ਦਿਨ ਸਮਝ ਨਹੀਂ ਲੱਗੀ, ਬਾਹਰ ਲੈ ਗਏ ਉਹਨੂੰ ਕਿਤੇ, ਉੱਥੇ ਜਾ ਕੇ ਮਾਡਲ ਕਰਤਾ ਉਹਦਾ। ਵੇਖੋ ਜੀ, ਇਹ ਯਾਰੀ ਦੋਸਤੀ 'ਚ ਹੋ ਜਾਂਦਾ। ਉਹ ਮਾੜਾ ਬੰਦਾ ਸੀ, ਉਹ ਕਹਿੰਦਾ ਯਾਰ ਨਹੀਂ ਘਰ ਅਸਲਾ ਚੱਲਦਾ ਮੇਰਾ, ਮੈਨੂੰ ਕਿਤੇ ਕੰਮ 'ਤੇ ਲਵਾ। ਆਂਦਾ ਯਾਰ ਜਿੰਨਾ ਚਿਰ ਤੈਨੂੰ ਕੰਮ ਨਹੀਂ ਲੱਭਦਾ ਹੈਗਾ, ਚੱਲ ਤੂੰ ਮੇਰਾ ਕੰਮ ਕਰੀ ਜਾ, ਰਲ ਕੇ ਤੂੰ ਵੀ ਖਾਈ ਜਾ, ਮੈਂ ਵੀ ਖਾਈ ਜਾਂਦਾ। ਕੋਈ 1500 ਤੂੰ ਖਾਈ ਜਾਈ, 1500 ਮੈਨੂੰ ਖਵਾਈ ਜਾਈ। ਇਹ 'ਚ ਕੋਈ ਗੱਲ ਨਹੀਂ। ਅਸੀਂ ਯਾਰ ਦੋਸਤ ਕਰਦੇ ਯਾਰਾਂ ਦੋਸਤਾਂ ਵਾਸਤੇ। ਹੁਣ ਇਹਦਾ ਮਤਲਬ ਇਹ ਨਹੀਂ ਹੈ ਉੱਠ ਕੇ ਯਾਰ ਦੋਸਤ ਨੂੰ ਯਾਰ 'ਤੇ ਵਾਰ ਕਰ ਦਿਓ। ਇਹ ਤਾਂ ਯਾਰ ਮਾਰ ਹੋ ਗਿਆ ਨਾ। ਇਹ ਬੱਚਾ ਕਵੇਗਾ ਪੂਰੇ ਪਿੰਡ 'ਚ, ਜਿੱਥੋਂ ਮਰਜ਼ੀ ਪੁੱਛ ਲਿਓ, ਇਹ ਬੱਚਾ ਗਲਤ ਗੱਲ ਹੈਗੀ ਆ। ਮਿੰਟ 'ਤੇ ਬਿਆਨ ਬਦਲਦਾ ਆਪਣੇ। ਕਦੀ ਕਹਿੰਦਾ ਮੈਂ 40,000 ਲੈਣਾ ਸੀ, ਕਦੀ ਕਹਿੰਦਾ ਇੰਝ ਦੀ, ਕਦੀ ਕਹਿੰਦਾ ਇਹ ਇੰਝ ਹੀ। ਗਲਤ ਗੱਲ ਹੈਗੀ ਆ। ਮੁਆਸ਼ਾ ਪੁਲਿਸ ਨੇ ਬਹੁਤ ਸਾਡੀ ਮਦਦ ਕੀਤੀ ਆ। ਇਸ ਟਾਈਮ ਸਾਡੇ ਨਾਲ ਵੀ ਹਜੇ ਵੀ ਪੁਲਿਸ ਖੜੀ ਆ। ਉਹ ਕਹਿੰਦੇ ਜਿੱਥੋਂ ਤੱਕ ਅਸੀਂ ਪਹੁੰਚਾਵਾਂਗੇ ਤੁਹਾਡੇ ਨਾਲ ਖੜੇ ਆ। ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਲੈਣੀ ਤੁਸੀਂ। ਸਾਡਾ ਬਹੁਤ ਤਾਵਨ ਕੀਤਾ ਪੁਲਿਸ ਨੇ। ਰਾਤ ਦਿਨ ਉਹਨਾਂ ਨੇ ਇੱਕ ਕੀਤੀ ਆ, ਭਾਵੇਂ ਇੱਕ ਦਿਨ 'ਚ 2 ਦਿਨ ਮੁਜਰਮ ਲੋਕ ਸਾਹਮਣੇ ਖੜਾ ਕਰਤਾ ਉਹਨਾਂ ਨੇ। ਹਾਂ ਜੀ, ਵੇਖੋ ਜੀ, ਮਹੱਲੇਦਾਰ ਯਾਰ ਦੋਸਤ ਸਾਨੂੰ ਵੀ ਡਾਊਟ ਹੈਗਾ ਹੋਰ ਵੀ ਕੋਈ ਹੋ ਸਕਦੇ ਮੁਜਰਮ। ਅਤੇ ਪਰ ਇਹ ਕਹਿੰਦਾ ਮੈਂ ਇਕੱਲਾ ਹੈਗਾ, ਪਰ ਇਕੱਲੇ ਦਾ ਬੰਦੇ ਦਾ ਕੰਮ ਨਹੀਂ ਹੈ। ਕਿਹੜੇ ਵਾਰ ਹੋਏ ਆ, ਇਕੱਲਾ ਬੰਦਾ ਨਹੀਂ ਕਰ ਸਕਦਾ। ਕਿਸ ਤਰ੍ਹਾਂ ਇਕੱਲਾ ਇੱਥੇ ਵਾਰ ਹੋਏ ਜਗ੍ਹਾ ਦੇ ਕੰਨਾਂ 'ਤੇ ਹੋਏ ਆ ਵਾਲੇ। ਇਕੱਲਾ ਸਮਝ ਨਹੀਂ ਲੱਗਣ ਦੀ ਸਾਨੂੰ ਕਿਉਂ ਇਸ ਤਰ੍ਹਾਂ ਕਰਨ ਡਿਆ ਹੈਗਾ।
ਆਂਦਾ ਮੈਂ ਇਕੱਲਾ ਹੈਗਾ, ਇਕੱਲਾ ਨਹੀਂ ਹੈਗਾ ਹੈ, ਇਹਨਾਂ ਹੋਰ ਵੀ ਕੋਈ ਹੈ ਸ਼ਾਮਲ। ਇਨਸ਼ਾਅੱਲਾ ਸਾਨੂੰ ਪੂਰੀ ਉਮੀਦ ਹੈਗੀ ਹੈ ਰੱਬ ਦੇ ਘਰ 'ਚ ਪੁਲਿਸ ਵਾਲਿਆਂ ਤੋਂ ਇੱਕ ਉਮੀਦ ਵੀ ਸਾਨੂੰ ਪੂਰੀ ਹੈਗੀ ਹੈ। ਇਹ ਮੇਰੀ ਖਵਾਇਸ਼ ਹੈਗੀ ਆ, ਜਿਸ ਤਰ੍ਹਾਂ ਸਾਡਾ ਭਰਾ ਰੱਬ ਜਿਹਨੂੰ ਰਿਸੀਵ ਕਰੇ ਉਹਨੇ ਤੇ ਆਉਣਾ ਨਹੀਂ ਹੈ, ਇਹਨੂੰ ਵੀ ਐਸੀ ਸਜ਼ਾ ਮਿਲੇ ਕਿ ਸਾਡੇ ਸਕੂਨ ਹੋਵੇ ਭੈਣ ਭਰਾਵਾ ਸਾਡਿਆਂ ਨੂੰ। ਆ ਗਿਆ ਛੁੱਟ ਕੇ, ਕੱਲ੍ਹ ਨੂੰ ਲੜਾਈਆਂ ਵਧਣੀਆਂ ਘਟਣੀਆਂ ਨਹੀਂ ਹੁੰਦੀਆਂ। ਅਸੀਂ ਕਹਿੰਦੇ ਇੱਥੇ ਗੱਲ ਠੱਪੀ ਜਾਵੇ ਸਾਡੀ, ਜਿਸ ਤਰ੍ਹਾਂ ਸਾਡਾ ਭਰਾ ਨਹੀਂ ਆਇਆ ਹੈਗਾ ਘਰ, ਤੇ ਇਹ ਵੀ ਨਾ ਘਰ ਆਵੇ। ਵੇਖੋ ਜੀ ਦੁਸ਼ਮਣੀ ਹਰ ਘਰ 'ਚ ਥੋੜ੍ਹੀ ਹੁੰਦੀ, ਦੁਸ਼ਮਣੀ ਉਹਨਾਂ ਦੀ ਜਿਨ੍ਹਾਂ ਦੀ ਹੈਗੀਆਂ ਦੁਸ਼ਮਣੀਆਂ। ਸਾਡੀ ਦੁਸ਼ਮਣੀ ਕਾਹਦੀ, ਜਿਹਨੇ 2 ਟਾਈਮ ਕਮਾਉਣਾ ਤੇ ਖਾਣਾ ਆਪਣਾ ਹੀ, ਮਹਾਂ ਘਰ ਚੋਣਾ ਅਸੀਂ ਦੁਸ਼ਮਣੀ ਕਿੱਥੋਂ ਪਾਲਣੀਆਂ? ਅਸੀਂ ਤਾਂ ਬਸ ਆਪਣੇ ਘਰ ਜੋਗੇ ਹੀ ਹਾਂ। ਹੁਣ ਨਿੱਕੇ ਨਿੱਕੇ 2 ਬੱਚੇ, ਉਹ 10 ਬੱਚਿਆਂ ਕੋਲ ਵਾਲੇ ਵਾਰਸ ਬਹੁਤ ਮੈਨੂੰ ਮੇਰੇ ਨਾਲ ਹੀ ਬਹੁਤ ਪਿਆਰ ਕਰਦਾ ਸੀ। ਜਿਹੜਾ ਕਿਤੇ ਰੌਲਾ ਮਾੜਾ ਜਾਂ ਮੇਰੇ ਨੂੰ ਪਹਿਲਾਂ ਭੱਜ ਕੇ ਆਉਂਦਾ ਸੀ ਫਿਰ ਤੇ। ਬਚਪਨ ਸਾਡਾ ਇਕੱਠੇ ਇੱਕ ਮੰਜੀ ਸੌਂਦੇ ਹੁੰਦੇ ਹਾਂ, ਅਸੀਂ ਇਕੱਠੇ ਰਹਿੰਦੇ ਭਾਈ। ਉਹ ਭਰਾ ਲੱਗਦੇ ਦੋਸਤਾਂ ਦਾ ਨਾਲ ਰਹਿੰਦੇ ਹਾਂ, ਭਰਾ ਬਾਅਦ 'ਚ ਪਾਉਂਦੇ, ਪਹਿਲਾਂ ਦੋਸਤ ਹਾਂ। ਕੋਈ ਦੁੱਖ ਸੁੱਖ ਦੀ ਗੱਲ ਹੋਣੀ ਭੈਣ ਭਰਾਵਾਂ ਨੂੰ ਬਹਿ ਕੇ ਸਾਰਿਆਂ ਨੇ ਕਰਨੀ, ਇਹ ਨਹੀਂ ਉਹਨੇ ਨਹੀਂ, ਅਸੀਂ ਸਾਰੇ ਭੈਣ ਭਰਾਵਾਂ ਇਕੱਠੇ ਹੋਣਾ, ਦੁੱਖ ਸੁੱਖ ਦੀ ਆਪਣੀ ਗੱਲ ਕਰਨੀ ਹੈ। ਉਧਰ ਸਾਨੂੰ ਸਾਡੇ ਭਰਾ ਨੇ ਕੁਝ ਦੱਸਿਆ ਨਹੀਂ। ਅਸੀਂ ਸਰ ਇਨਸਾਫ ਲੈਣਾ ਚਾਹੁੰਦੇ ਹਾਂ। ਅਸੀਂ ਲੜਨ ਜੋਗੇ ਵੀ ਨਹੀਂ ਹੈ, ਲੜਨਾ ਨਹੀਂ ਚਾਹੁੰਦੇ ਅਸੀਂ ਕਿਸੇ ਨਾਲ, ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ। ਸਰ ਉਹ ਬੜਾ ਸ਼ਰੀਫ ਬੰਦਾ ਹੈਗਾ ਸੀ, ਉਹਨੇ ਅੱਜ ਤੱਕ ਕਦੀ ਕਿਸੇ ਨਾਲ ਲੜਾਈ ਨਹੀਂ ਕੀਤੀ, ਕਦੀ ਕਿਸੇ ਦਾ ਝਗੜਾ ਨਹੀਂ। ਆਪਣੇ ਮਹੱਲੇ ਦੇ ਵਿੱਚ ਵੀ ਉਹਦਾ ਨਾਲ ਬੜਾ ਅੱਛਾ ਸਲੂਕ ਸੀ, ਸਾਰਿਆਂ ਦੇ ਨਾਲ ਭੈਣਾਂ ਭਰਾਵਾਂ ਤਰ੍ਹਾਂ ਰਹਿੰਦਾ ਸੀ। ਅੱਜ ਤੱਕ ਅਸੀਂ ਜ਼ਿੰਦਗੀ ਦੇ ਵਿੱਚ ਉਹਦਾ ਕੋਈ ਲੜਾਈ ਝਗੜਾ ਜਾਂ ਕੋਈ ਲੜਦਿਆਂ ਨਹੀਂ ਵੇਖਿਆ। ਸਰ ਇਹਨਾਂ ਦਾ ਦੋਸਤ ਹੀ ਹੈਗਾ ਸੀ, ਇਹਨਾਂ ਦੇ ਨਾਲ ਹੀ ਆਪਣਾ ਉੱਠਦੇ ਬਹਿੰਦੇ ਸਨ। ਅਤੇ ਹੁਣ ਇਹਨਾਂ ਦਾ ਨਹੀਂ ਪਤਾ ਕੀ ਮਸਲਾ ਬਣਿਆ ਇਹਨਾਂ ਦਾ, ਅਤੇ ਬੜਾ ਜ਼ੁਲਮ ਕੀਤਾ ਇਹਨਾਂ 'ਤੇ, ਅਤੇ ਬੜਾ ਜਿਹੜਾ ਨਾ ਸ਼ਦੀਦ ਉਹਨਾਂ ਨੇ ਜ਼ੁਲਮ ਕੀਤਾ, ਨਾ ਇਨਸਾਫੀ ਹੋਈ ਇਹਨਾਂ ਨਾਲ। ਅਤੇ ਤੁਸੀਂ ਬੱਚੇ ਕੋਈ ਛੋਟੇ ਜਿਹੇ ਕੋਈ ਪੁੱਛ ਲਓਗੇ ਨਾ ਜਾ ਕੇ, ਤੁਹਾਨੂੰ ਦੱਸੇਗਾ ਕਿ ਇਹ ਬੰਦਾ ਅੱਜ ਤੱਕ ਨਹੀਂ ਕਦੀ ਕਿਸੇ ਨਾਲ ਲੜਿਆ, ਕਦੀ ਜਿਹੜਾ ਨਾ ਲੜਾਈ ਝਗੜੇ ਵਾਲਾ ਬੰਦਾ ਨਹੀਂ, ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਬੰਦਾ ਸੀ। ਬਿਲਕੁਲ ਇਹ ਸਰਾਸਰ ਜਿਹੜਾ ਨਾ ਝੂਠ ਬੋਲਦਾ, ਆਪਣੇ ਆਪ ਨੂੰ ਬਚਾਉਣ ਵਾਸਤੇ 100 ਝੂਠ ਬੋਲਦਾ ਪਿਆ। ਅੱਗੇ ਵੀ ਜਿਹੜਾ ਨਾ ਮਜ਼ੀਦ ਤੁਹਾਨੂੰ ਸ਼ਾਇਦ ਹੋਰ ਵੀ ਕੋਈ ਗੱਲਾਂ ਦੱਸੇ। ਬਹਰਹਾਲ ਅੱਜ ਤੱਕ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਸੁਣੀ, ਕਿਉਂਕਿ ਇੱਕ ਮੁਹੱਲੇ ਦੇ ਵਿੱਚ ਜਿਹੜਾ ਬੰਦਾ ਰਹਿੰਦਾ, ਹਰ ਬੰਦੇ ਨੂੰ ਉਹਦਾ ਪਤਾ ਹੁੰਦਾ ਕਿ ਕਿੱਥੇ ਜਾਂਦਾ, ਕਿੱਥੇ ਬਹਿੰਦਾ ਖਲੋਂਦਾ। ਤੁਸੀਂ ਮੇਰੇ ਤੋਂ ਇਲਾਵਾ ਵੀ ਕਿਸੇ ਮੁਹੱਲੇ ਦੇ ਵਿੱਚੋਂ ਜਾ ਕੇ ਪੁੱਛ ਲਓਗੇ ਨਾ, ਛੋਟੇ ਛੋਟੇ ਬੱਚੇ ਤੁਹਾਨੂੰ ਗਵਾਹੀ ਦੇਣਗੇ ਇਸ ਚੀਜ਼ ਦੀ, ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਸੀ ਹੈਗਾ। नाज़रीन, अब सवाल ये है कि इस अंधे कत्ल की तफ्तीश में इन्वेस्टिगेशन पुलिस ने आखिर वो कौन सा रास्ता अपनाया जिसने उन्हें बगैर कैमरों के, गवाहों और बगैर किसी वाज़ेह सुराग के सीधा कातिल तक पहुंचा दिया। पुलिस को लाश के इर्द गिर्द से मिलने वाले चंद बारीक निशानात, चंद बेतरतीब कदमों के निशान और मकतूल के आखिरी चंद घंटों की गुफ्तगू से एक ऐसी लाइन मिली जिसने पूरी तफ्तीश का रुख बदल दिया। फिर पुलिस ने गांव के मखसूस अफराद की निगरानी की, उनके मामूलात का रिकॉर्ड खंगाला और मकतूल की जाती रंजिशों को पुरअसरार जाविये से देखा, जिसमें एक फर्द का किरदार आहिस्ता आहिस्ता मशकूक होता चला गया। जब उससे बारीक बीनी से पूछगिछ की गई तो उसकी बातों में तजाद, वक्त का फर्क और वाकयात की गलत तरतीब इन्वेस्टिगेशन पुलिस को यकीन दिला गई कि कातिल दूर कहीं नहीं, इसी गांव के अंदर छुपा हुआ था। नाज़रीन, हम आपको सुनवाते हैं कि इन्वेस्टिगेशन पुलिस का वो मौक़िफ़ जिसमें उन्होंने बताया कि उन्होंने ये केस कैसे खोल कर रखा, कातिल तक कैसे पहुंचे और उस वारदात के पीछे असल रंजिश क्या थी। मकतूल के जो लवाकिन थे उनकी हमने आपको गुफ्तगू सुनाई, किस तरह से कत्ल की वारदात हुई और मुलजिम कौन था, ये सब कुछ उनकी ज़ुबानी भी आपने सुना। अब मरहला शुरू हो जाता है इन्वेस्टिगेशन का। बाटापुर इन्वेस्टिगेशन पुलिस जो है वो चंद घंटों के बाद ही मुलजिम को गिरफ़्तार कर लेती है और जो आला कत्ल था वो भी बरामद कर लिया जाता है। पुलिस के जो इन्वेस्टिगेशन के आईओ हैं, जो इन्वेस्टिगेशन ऑफिसर थे मुख्तार साहब, इन्होंने किस तरह से इन्वेस्टिगेशन की और इस केस को हल करने के लिए, मुलजिम तक पहुंचने के लिए किन मरहलों से ये गुज़रे, ये हम आपको इनकी ज़ुबानी सुनवाते हैं। मुख्तार साहब, ਤੁਸੀਂ ਕਾਮਯਾਬ ਹੋ ਗਏ
आपने गिरफ्तार कर लिया मुलजिम को, तो मुझे ये बताएं कि मुलजिम तक पहुंचा कैसे गया, क्योंकि एक देहात में खेतों में जो है ये वारदात होती है कत्ल की। तो सबसे पहले जब आप मौका वारदात पे पहुंचते हैं तो क्या कुछ देखते हैं, क्या मनाजर थे? जी ये 22/11/25 की बात है। तकरीबन 9:30 बजे हमें इतला मिलती है कि एक बंदे की डेड बॉडी पड़ी हुई है बसीन गांव में खेतों में। ठीक है। इतला पाकर हम अपनी टीम के साथ वहां पहुंचते हैं तो मुलाजा मौका किया जाता है, कार्डन किया जाता है। उसके बाद PFS टीम को बुलाया गया, फिंगरप्रिंट्स टीम को बुलाया गया। चूँकि ये अंधा कत्ल था, गांव में इतने ज़्यादा कैमरा जात नहीं है, वो भी हमने देखे हैं। ह्यूमन रिसोर्स जो है वो भी इस्तेमाल किए हैं, CDRs लिए हैं। ठीक। मौका से हमने शवाहिद इकट्ठे करके PFS टीम के साथ वो अपने पास फोरेंसिक लेबॉर्ट्री के लिए जमा किए। ठीक। उसके बाद पोस्टमार्टम करवाया गया, लाश वर्षा के हवाले कर दी गई। फिर मुलजिम तक पहुंचने का अमल शुरू होता है। मुख्तार साहब, जब आप मौके पे पहुंचते हैं, डेड बॉडी आप देखते हैं, फोरेंसिक टीमों को बुलवाया जाता है और फिंगरप्रिंट्स जो हैं, दीगर शवाहिद जो हैं वो जमा किए जाते हैं, तो क्या बज़ाहिर लगता है कि कत्ल किस आला से कत्ल किया गया, फायर किया गया, छुरियाँ मारी गई, क्या था? ये मौके से हमें एक चाकू मिलता है। ठीक है। चाकू के साथ वार किए गए थे और बड़ी बेदर्दी से कत्ल किया गया था। ठीक है। मतलब बेदर्दी से कत्ल करना, हम इसमें पुलिस की तफ्तीश में क्या लेते हैं कि बेदर्दी से मुराद क्या है, कि बहुत ज़्यादा ज़ख्मी था, किया गया? उसके माथे पे, गर्दन पे बहुत ज़्यादा जो वार किए गए थे। ठीक है। और ऐसे ही लग रहा था कि को बहुत इसकी रंजिश बहुत ज़्यादा है, जिसकी वजह से इसने मारा इसको। तो गांव में लोगों से भी पूछा गया इसको ट्रेस करने के लिए। मकतूल था, उसके अजीज़ व कारब, उसके दोस्तों को भी हमने शामली तफ्तीश किया। तो हमें फिर CDR की मदद से और लोगों की इंफॉर्मेशन से हमें मोहम्मद उमर नाम का बंदा जो है ना, वो मुलजिम जो है, वो आपको लगता है कि कातिल ये है? कातिल है। तो हमने उसे ट्रेस करके उसे इंटेरोगेशन की, तफ्तीश की उसकी। तो उसने नदामत महसूस करते हुए हमें बताया कि ये कत्ल मैंने किया है। ठीक है। अच्छा मुख्तार साहब, आपने जिस तरह बताया कि ह्यूमन रिसोर्स का इस्तेमाल किया गया, उसका हम मतलब आम फ्रेम में ये लेते हैं कि लोगों से पूछा गया रेपुटेशन कैसी है, दोस्ती किससे है। जिस जगह पे ये कत्ल किया जाता है, ये रात की तारीकी में कत्ल होता है, तो ये उस वक्त रात को वहाँ पे क्या कर रहा था? कोई घर था या खेत थे, क्या था वहाँ पे? असल में ये ड्राइवर है, शाम को आता है घर में। जब घर आता है तो फिर अपने दोस्तों के साथ बाहर निकल के ये बैठते हैं, गपशप लगाते हैं। तो अक्सर इनका वहाँ पे आना जाना, वहाँ पे बैठना था उनका। तो सारे ये दोस्त इकट्ठे बैठते थे। उन दोस्तों को भी इंटेरोगेट हमने किया। ठीक है। असल वजह ये थी, ये शाम को फ्री होकर बैठ जाते थे, गपशप करते थे। तो वहाँ पे ही इनका मामला हुआ, अकेले थे। तो उसने इसको चाकू के वार करके कत्ल किया था। ठीक है। अच्छा ये बताएं कि हमेशा किसी कत्ल के पीछे कोई वजह होती है और वजह अनाथ होती है। पहले ये बातें सामने आती रही कि 40,000 रुपया शायद देना था मकतूल ने इसका, इसलिए कत्ल किया, या लेना था। फिर कुछ वजूहात आई कि शायद कोई ये ऑनर किलिंग है, गैरत के नाम पे उसने कत्ल किया है। तो इसमें क्या हक़ाइक़ सामने आए? ये पहले तो यही बता रहा था कि 40,000 का मामला है हमारा, लेन देन आपस में, रिश्तेदार भी हैं, दोस्त भी हैं काफ़ी पुराने। तो 40,000 का बता रहा था। उसके बाद इसने बताया, असल हकीकत जो बताई है कि मेरी वालदा के साथ मकतूल जो है ना, उसके रिलेशन थे। ठीक है। तो उस रंजिश की बिना पे इसने जो है ना वो कत्ल किया। तो हमने यही सवाल जो लवाहिकीन हैं उनसे भी किया, तो वो इस बात को डिनाई करते हैं। वो कहते हैं कि हमारा जो असलम उर्फ बाऊ था वो इस तरह का आदमी नहीं था, ये अपने आप को बचाने के लिए इस तरह का इल्ज़ाम लगा रहा है।
नहीं, ये तो हर बंदा कहता है कि हमारा बंदा तो बड़ा शरीफ आदमी था, वो हर बंदे की नज़र में होता है, किसी को किसी का करैक्टर का कुछ पता नहीं है ठीक कि है। पर्सनली वो क्या कर रहा है। ठीक है। लेकिन हमने दोस्तों से उसके जो इलाके की इंफॉर्मेशन भी ली थी, तो हमें ये बात मिली थी कि कुछ इसके साथ रिलेशन थे। ठीक है। तो उसको पता चला तो उसने फिर उस रंजिश में आके ये किया। तो कितने लोग इसमें इंटेरोगेट हुए, क्योंकि दोस्त तो अकेला तो नहीं होगा। इसमें काफ़ी जो इसके साथ बंदे बैठते उठते थे ना शाम को, उसके दोस्त थे, महल्लेदार, उसके गांव के दूसरे दोस्त जो शाम को इसके साथ बैठते थे, जिनका इनके साथ रब्ता होता था, उन सबको इंटेरोगेशन किया। इंटेरोगेशन किया। मुख्तार साहब ये बताएं कि मुलजिम ने जो इतराफ़ किया पुलिस की हिरासत में, तो अदालत में जाने के बाद ऐसे मुलजमान उस इनकार कर देते हैं उस बयान को, और अदालत भी इस बयान को नहीं मानती है जो पुलिस की कस्टडी में दिया जाता है। तो फिर इसके लिए क्या एविडेंस आपके पास सर, आए? इसके लिए हमने फ्रांसिक टीम जो है ना, फ्रांसिक साइंस लेबॉर्ट्री की जो टीम आई थी, हमने मौका से उसकी कलेक्शन ऑफ एविडेंस की है। उस पर इंशाल्लाह जो है ना वो सजाए मौत होगा, ठीक, उसको सज़ा मिलेगी, क्योंकि चाकू मौका से मिल गया था। उसके बाद हमने इर्द गिर्द की इन्फॉर्मेशन भी ली थी, तो यही है, ये डिनाई नहीं कर सकता। ठीक है। ये थे जी आईओ, इन्वेस्टिगेशन ऑफिसर थे, असलम उर्फ बाऊ के कत्ल की इन्वेस्टिगेशन इन्होंने की, और मुलजिम को किस तरह से इन्होंने गिरफ़्तार किया, क्या मामला हुए, कौन सी ऐसा क्लू इनको मिला जिसको लेकर ये चले और मुलजिम को इन्होंने गिरफ़्तार कर लिया। इसमें मज़ीद तफ्तीश क्या है, ये इसके हवाले से हम आपको वो भी आगे चल कर दिखाते हैं। इन्वेस्टिगेशन ऑफिसर ने जो कुछ बताया, हमने उसकी भी तफसील आपको सारी बताई। अब मामला ये है कि इंचार्ज इन्वेस्टिगेशन बाटापुर जो है, उनकी जानिब से इसकी फ़ाइनल इन्वेस्टिगेशन रिपोर्ट जो है वो क्या बनी है, क्या मुलजिम ने जो कत्ल किया उसकी वजह अनाज जो है वो क्या बताता है, और अब इसको सज़ा किस तरह की होगी, क्या सज़ा इसको दी जाएगी, ये हम इंचार्ज इन्वेस्टिगेशन बाटापुर मोहम्मद सदीक भट्टी साहब हैं, उनसे जानते हैं कि ये क्या बताते हैं। सदीक साहब, ये बताएं कि मुलजिम भी आपने गिरफ़्तार कर लिया और आला कत्ल भी बरामद हो गया। एक कत्ल के केस में सबसे बड़ी वजह होती है कि वजह अनाद कत्ल की क्या है, तो कोर्ट में उसको क्या पेश किया जाएगा। अब तक मुलजिम ने क्या कुछ बताया, यकीनन मुलजिम से भी इंटेरोगेशन मज़ीद होगी, इसमें बहुत से पहलुओं से अभी आपने गुजरना है। अब तक क्या कुछ सामने आया? जी बिस्मिल्लाहिर्रहमानिर्रहीम। इसमें चूँकि ये एक ब्लाइंड मर्डर था, अंधा कत्ल था, इसमें हमने दिन रात एफर्ट करके इसको जो मुलज़म था इसको ट्रेस किया और इसको गिरफ़्तार किया। गिरफ़्तार करते हुए तफ्तीश मुकदमा अमल में लाते हुए इससे तफ्तीश करने के दौरान इसने इस चीज़ का एतराफ़ किया कि मुझसे ये मर्डर इस ग्राउंड्स पे हुआ है कि ये जो मकतूल मोहम्मद असलम था, इसका मेरी वालदा के साथ उम्र का मौक़िफ़ था कि मेरी वालदा के साथ कोई नाजायज़ मरासम थे। उस शुबा में इसको चाकुओं के वार करके कत्ल किया। ठीक है। अच्छा सदीक साहब, दूसरा ये बताएं कि पहले खबर ये आती है कि कोई लेन देन का मामला था, 40,000 रुपये लेने थे, तो ये क्या बयान नहीं बदलता रहा? ये ना हो कि कोर्ट में जाके वजहनात कुछ और निकल आए या आपकी मज़ीद तफ्तीश आगे जाके कुछ और बताए। मुलजिम के हवाले से पता चला कि ये बयानात बदलता है। ये दरअसल इसमें जो अब तक की तफ्तीश है, अब तक की तफ्तीश में ये बात क्लियर है कि इसने ऑनर किलिंग के शुबा में ये मर्डर किया, और दूसरे नंबर पे जो बाकी तजाद हैं वो मुख्तलिफ लोगों की जानिब से चलाए जा रहे हैं। हमारी तफ्तीश बिल्कुल क्लियर है, नीट एंड क्लीन है। ठीक है। सदीक साहब, जो लवाकिन है उनकी जानिब से इल्ज़ाम लग रहा है कि उनका जो मरने वाला प्यारा था, उनका जो चचा था, वो बहुत मज़बूत, जिस्मानी तौर पे मज़बूत था, और उसको एक शख्स पकड़ के वो भी छुरियों के साथ कत्ल नहीं कर सकता। इसमें मज़ीद मुलज़मान जो हैं वो भी शामिल हो सकते हैं। तो क्या इसमें आप तफ्तीश को इस पहलू से भी देख रहे हैं कि मज़ीद कोई मुलज़मान इसमें हो सकते हैं? तफ्तीश तकरीबन हमने
हर एंगल्स पे चेक कर ली है, लोगों को जो सराउंडिंग्स थे, जो उसके दोस्त अहबाब थे, या मज़ीद जो हमें किसी जगह पर क्लू मिल सकते हैं, हमने हर एंगल पे जाकर जदीद टेक्नोलॉजी से भी इस्तेफ़ादा हासिल किया है। इसमें सिर्फ एक ही है, मकतूल मोहम्मद असलम को चाकू के वार से कत्ल किया, और जो मकतूल है उसकी उम्र राउंड अबाउट 50 है, तो वो जिस्मानी तौर पर इतना मजबूत नहीं था। मुल्ज़िम चूँकि यंग है और बहुत मजबूत असाब का मालिक है। ठीक है। अच्छा सदीक साहब, ये बताएं कि कितने लोगों को इस शुबे में कत्ल किया गया था, और ये भी बता दीजिएगा कि कितने घंटे बाद आप असल कातिल तक पहुंच गए। ये दरअसल जब वक़ू आता है 22/11 को, 22/11 के बाद हम जो ज़रूरी कार्रवाई होती है मौके की वो अमल में लाते हैं, इसका पोस्टमार्टम की कार्रवाई मुकम्मल करते हैं। उसके बाद हम जो वहाँ अहले दहिया होते हैं उनसे तमाम इसकी एक्टिविटीज़ मकतूल की, कि ये रूटीन्स में क्या काम करता है, काम करने के बाद कब घर आता है, इसकी जो सोशल एक्टिविटीज़ क्या है, किन लोगों के साथ इसका उठना बैठना है, और हम सब लोगों के नाम लेते हैं। नाम लेने के बाद हम उन तमाम बंदों को शामिल तफ्तीश करते हैं, उनसे दरियाफ़त फ़र्दन ली जाती है। दरियाफ़त करने के बाद फिर हम इसमें जदीद टेक्नोलॉजी इस्तेफ़ादा करते हैं, CDRs वगैरह लेते हैं, मकतूल मुकदमा की CDR हासिल की जाती है, उसको भी इंतहाई बारीक बीनी से हम मुशाहिदा करते हैं। तो मुशाहिदा करने के बाद और तमाम, और चूँकि इसमें मुद्दई फ़रीक ने भी एक अपना मौक़िफ़ स्टांस उम्र की हद तक कुछ क्लियर किया, और कुछ हमने भी इस हवाला से तमाम तफ्तीश मुकम्मल करके हम उम्र तक पहुँचे। ठीक है। आखिर में सदीक साहब ये बता दीजिएगा कि अगर ये लवाहकीन और मुकदमे की मुद्दइया जो उसकी मकतूल की बेवा है, यही उसको माफ़ कर दे तो इसको सज़ा से माफ़ी मिल सकती है, वरना आपका केस इतना मजबूत है कि ये फांसी के फंदे तक या सज़ाए मौत होगा। जी इंशाल्लाह, चूँकि एक नाहक कत्ल हुआ है तो इसका हिसाब इसको देना पड़ेगा। इसमें हमने तमाम एविडेंस कलेक्शन करवा दी है। अब मुल्ज़िम हमारी कस्टडी में है, अब इसका भी DNA मैच करवाएंगे, इसके फिंगरप्रिंट्स मैच करवाएंगे, तो इंशाल्लाह ये बिल्कुल कैफ़े करदार तक पहुँचेगा। नाज़रीन, ये केस ना सिर्फ अंधे कत्ल की वारदात की दास्तान है, बल्कि ये हमें याद दिलाता है कि हर छोटी सी रंजिश, हर छोटा सा झगड़ा कब और कैसे एक बड़ी ट्रेजेडी में बदल सकता है। इन्वेस्टिगेशन पुलिस की बारीक बीनी, शवाहिद पर तवज्जो और सब्र व तहम्मुल ने इस पेचीदा गुत्थी को सुलझाया। ये वाकया हमें ये भी सिखाता है कि इंसाफ हमेशा नज़रअंदाज नहीं होता, चाहे हालात कितने भी मुश्किल हों। तफ्तीश के शफाफ और मुस्तकिल तरीक़ाकार से सच को सामने लाया जा सकता है। नाज़रीन, ये कि हर जुर्म के पीछे एक इंसानी कहानी, एक हकीकत और एक सबक छुपा होता है। नाज़रीन, इंसाफ का ये सफ़र जारी है और हर कार्रवाई, हर तहकीक हमें ये यकीन दिलाती है कि जुर्म के साए में भी सच की किरण हमेशा रोशनी फैला सकती है। ये था आज का जुर्म अंजाम। नए प्रोग्राम तक के लिए मुझे दीजिए इजाज़त। अल्लाह निगहबान।